सत श्री अकाल। पीडीसी न्यूज़ देखने वाले साढ़े सारे दर्शकों का स्वागत है। मैं हाँ तुहाडे नाल कावी बब्बर। इस खास पेशकश दे विच सब तो पहला गल करांगे जो बकायदा झूठ रोजाना स्पोक्समैन दे वल्लों बोले गए उन्हां दा एक तो बाद एक पर्दाफाश हो रहा है। बाबे नानक दे नाम ते ठगी आसदर ने नाम ते खिलवाड़ कई लखां करोड़ां दा फर्जीवाड़ा पर कार्रवाई दे नां ते सिर्फ असीं लोग जी हाँ ठगी कहिए जां फिर कहिए महा ठगी जिस विच भोले भाले लोगों को धर्म के नां ते ठग्या गया जिसके सबूत जनतक भी हैं, सरकारी कागज भी हैं, सरकारी अधिकारी इसकी गवाही भी बार बार भरते हैं। शिकायत इसकी ईडी तक के कोल भी पहुंची हुई है पर कोई भी कार्रवाई करने की हिम्मत क्यों नहीं कर रहा। दिखाने ऐसे सवाल ते आधारित है साडी एक खास पेशकश ठगी उत्ते कार्रवाई आखिर कदों। धर्म के नां उत्ते ठगी दे कई मामले तुसीं अज तक वेखे होणगे जिथे लोकां नूं धर्म के नां उत्ते ठग्या गया पर अज जो खुलासा असीं अज करन जा रहे हां वो तुहाडे बकायदा होश ही फाख्ता कर देवेगा। आखिर क्योंकि एक नामी मीडिया अदारे दे मालकां ते लोकां दे नाल बाबे नानक दा उच्चा दर बनाउण दे नां उत्ते ठगी मारन दे इल्जाम लगे ने। की है पूरा मामला ये दिखावांगे इस रिपोर्ट दे राही। देखो ਫਿਲੌਰ ਨਿਵਾਸੀ ਸਤਨਾਮ ਸਿੰਘ ਸੰਧੂ ਕੋਸਦੇ ਨੇ ਉਸ ਦਿਨ ਨੂੰ ਜਦੋਂ ਨਾ ਆਪਣੀ ਮਿਹਨਤ ਦੀ ਕਮਾਈ ਇੱਕ ਨੇਕ ਕੰਮ ਚ ਲਾਉਣ ਬਾਰੇ ਸੋਚਿਆ। ਬਾਬੇ ਨਾਨਕ ਦੇ ਉੱਚੇ ਦਰ ਦੀ ਉਸਾਰੀ ਦਾ ਜੋ ਸੁਪਨਾ ਇੱਕ ਨਾਮੀ ਅਖਬਾਰ ਰੋਜ਼ਾਨਾ ਸਪੋਕਸਮੈਨ ਵੱਲੋਂ ਵਿਖਾਇਆ ਗਿਆ ਉਸ ਨੂੰ ਸੱਚ ਸਮਝਿਆ ਅਤੇ ਆਪਣੀ ਮਿਹਨਤ ਦੀ ਗਾੜੀ ਕਮਾਈ ਉਸ ਚ ਲਾਉਣ ਦਾ ਸੋਚਿਆ। ਪੇਸ਼ੇ ਤੋਂ ਕਿਸਾਨ ਸਤਨਾਮ ਸਿੰਘ ਜਿਨ੍ਹਾਂ ਨੇ ਹੱਥੀਂ ਕਿਰਤ ਕਰਕੇ ਇੱਕ ਪੈਸਾ ਜੋੜਿਆ ਸੀ ਤੇ ਇਸ ਉਦੇਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਦੇ ਮਾਲਕ ਜੋਗਿੰਦਰ ਸਿੰਘ ਵੱਲੋਂ ਬਣਾਈ ਗਈ ਸੰਸਥਾ ਉੱਚਾ ਦਰ ਬਾਬੇ ਨਾਨਕ ਦਾ ਨੂੰ ਸੌਂਪਿਆ ਸੀ ਕਿ ਇਸ ਨਾਲ ਇੱਕ ਪਾਸੇ ਪੰਥ ਦੀ ਸੇਵਾ ਹੋਵੇਗੀ ਤੇ ਦੂਜੇ ਪਾਸੇ ਉਹਨਾਂ ਦੀ ਕਮਾਈ 'ਚ ਵੀ ਇਜ਼ਾਫਾ ਹੋਵੇਗਾ। ਪਰ ਉਹਨਾਂ ਦਾ ਇਲਜ਼ਾਮ ਹੈ ਕਿ 14 ਸਾਲਾਂ 'ਚ ਉਹਨਾਂ ਨੂੰ ਮਿਲਿਆ ਤਾਂ ਸਿਰਫ ਧੋਖਾ। ਕਿਵੇਂ ਉਹਨਾਂ ਦੀ ਹੀ ਜ਼ੁਬਾਨੀ ਸੁਣੋ। ਅਸੀਂ ਸਪੋਕਸਮੈਨ ਅਖਬਾਰ ਜਿਹੜੀ ਘਰ ਲਵਾਈ ਹੋ ਸੀਗੀ ਉਹਦੇ ਉੱਤੇ ਇਸ਼ਤਿਹਾਰ ਆਉਂਦਾ ਸੀ ਕਿ ਜੇ ਤੁਸੀਂ ਸਿੱਖੀ ਨੂੰ ਬਚਾਉਣਾ ਆ ਤੇ ਸਾਨੂੰ ਮਾਲੀ ਮਦਦ ਦੇਵੋ, ਅਸੀਂ ਉਹ ਤੁਹਾਡੇ ਪੈਸੇ 4 ਸਾਲ ਵਿੱਚ ਦੁੱਗਣੇ ਕਰਾਂਗੇ। ਅਸੀਂ ਅਖਬਾਰਾਂ ਦੇ ਵਿੱਚ ਪ੍ਰੈਸਾਂ ਲਾਈਆਂ ਆ, ਅਸੀਂ ਬਾਕੀ ਅਖਬਾਰਾਂ ਨੂੰ ਉਹ ਸਮੱਗਰੀ ਸਪਲਾਈ ਕਰਦੇ ਹਾਂ ਜਿਹਦੇ ਨਾਲ ਅਸੀਂ ਕੌਮ ਵਾਸਤੇ ਇੱਕ ਬਹੁਤ ਵਧੀਆ ਉਹ ਸੀਗਾ ਇਹਨੇ ਰਾਜਪੁਰ ਦੇ ਲਾਗੇ ਸੀਗਾ ਇਹ ਉੱਚਾ ਦਰ ਬਾਬੇ ਨਾਨਕ ਦਾ ਪੈਸੇ ਉਹ ਬਣਾਉਣਾ ਆ। ਉਹ ਬਣਾ ਕੇ ਇੱਕ ਵਰਡ ਦੇ ਵਿੱਚ ਇਹ ਦੱਸਣਾ ਵੀ ਸਿੱਖੀ ਹੈ ਕੀ ਆ। ਕੰਪਿਊਟਰ ਲੱਗੇ ਹੋਊਗੇ, ਜਿਹੜਾ ਬੰਦਾ ਅੰਦਰ ਜਾਊਗਾ ਉਹ ਸਿੱਖੀ ਬਾਰੇ ਦੱਸੂਗਾ, ਸਿੱਖੀ ਬਾਰੇ ਪ੍ਰਚਾਰ ਕਰੂਗਾ। ਅਸੀਂ ਇਹ ਸਮਝ ਕੇ ਵੀ ਸ਼ਾਇਦ ਸਿੱਖੀ ਦਾ ਪ੍ਰਚਾਰ ਕਰੂਗੇ ਅਸੀਂ 10,000 ਰੁਪਈਆ ਜਿਹੜੀ ਸਾਰੀ ਉਮਰ ਦੀ ਸਾਡੀ ਫੀਸ ਸੀਗੀ ਟਰਸਟੀ ਵੰਡ ਵਾਸਤੇ ਅਸੀਂ ਉਹ ਦਿੱਤੀ। 1 ਲੱਖ ਰੁਪਈਆ ਅਸੀਂ ਵੈਸੇ ਦਿੱਤਾ ਜਿਹੜਾ ਕਿ ਅਸੀਂ 2009 ਦੇ ਵਿੱਚ ਦਿੱਤਾ ਸੀਗਾ। ਪਰ 2009 ਤੋਂ ਬਾਅਦ ਉਹ 13 ਦੇ ਵਿੱਚ ਸਾਡਾ ਪੈਸੇ ਪੂਰੇ ਹੋ ਜਾਣੇ ਸੀਗੇ। 13 ਦੇ ਵਿੱਚ ਇਹਨਾਂ ਦੀ ਚਿੱਠੀਆਂ ਦੁਬਾਰਾ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਦਾਰਾ ਸਪੋਕਸਮੈਨ ਜਿਹੜਾ ਸੰਕਟ ਦੇ ਵਿੱਚ ਆ, ਤੁਸੀਂ ਸਾਨੂੰ 2 ਸਾਲ ਵਾਸਤੇ ਦੁਬਾਰਾ 15% ਵਿਆਜ ਦੇ ਉੱਤੇ ਦੇ ਦਿਓ, ਅਸੀਂ ਤੁਹਾਨੂੰ ਸਾਰੇ ਪੈਸੇ ਵਾਪਸ ਕਰ ਦਾਂਗੇ। 2015 ਤੱਕ ਅਸੀਂ ਇਹਨਾਂ ਨੂੰ ਦੁਬਾਰਾ ਫੇਰ ਦੇ ਦਿੱਤੇ, ਇਹਨੇ ਸਾਨੂੰ ਕੋਈ ਪੈਸਾ ਨਹੀਂ ਮੋੜਿਆ ਅੱਜ ਤੱਕ। ਆਪਣੇ ਹੱਥਾਂ 'ਚ ਕਾਗਜ਼ ਫੜ ਕੇ ਬੈਠੇ ਸਤਨਾਮ ਸਿੰਘ ਦੇ ਕੋਲ ਹਰ ਉਹ ਸਬੂਤ ਮੌਜੂਦ ਹੈ ਜੋ ਉਹਨਾਂ ਨਾਲ ਹੋਏ ਧੋਖੇ ਨੂੰ ਸਾਬਤ ਕਰਦਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਸਤਨਾਮ ਸਿੰਘ ਦੇ ਕੋਲ ਰਹਿ ਗਏ ਨੇ ਬਸ ਇਹ ਦਸਤਾਵੇਜ਼। ਦ ਸਪੋਕਸਮੈਨ ਟਰਸਟ ਦਾ ਇਹ ਬੌਂਡ ਜਿਸ 'ਚ ਸਾਫ਼ ਲਿਖਿਆ ਹੈ ਕਿ ਸਤਨਾਮ ਸਿੰਘ ਸੰਧੂ ਵੱਲੋਂ ਸਾਲ 2009 'ਚ 1 ਲੱਖ ਰੁਪਏ ਟਰਸਟ ਨੂੰ ਦਿੱਤੇ ਗਏ ਤੇ ਸਾਲ 2014 'ਚ ਉਹਨਾਂ ਨੂੰ 2 ਲੱਖ ਰੁਪਏ ਮੋੜੇ ਜਾਣਗੇ। ਉਹ ਡਰਾਫਟ ਜੋ ਸਪੋਕਸਮੈਨ ਟਰਸਟ ਵੱਲੋਂ ਹਾਸਲ ਕੀਤਾ ਗਿਆ
ਉਸ ਦੀ ਇੱਕ ਚਿੱਠੀ ਵੀ ਸਤਨਾਮ ਸਿੰਘ ਦੇ ਕੋਲ ਮੌਜੂਦ ਹੈ, ਪਰ ਟਰਸਟ ਵੱਲੋਂ ਇਹ ਪੈਸਾ ਮੁੜ ਤੋਂ ਨਿਵੇਸ਼ ਕਰਨ ਦੇ ਨਾਮ ਤੇ ਵਾਪਸ ਨਹੀਂ ਮੋੜਿਆ ਗਿਆ। 2016 ਦੇ ਵਿੱਚ ਅਸੀਂ ਇਹਨਾਂ ਨੂੰ ਕਾਗਜ਼ ਦਿੱਤੇ ਸੀ, ਰਸੀਦ ਦੀ ਸਾਡੇ ਕੋਲ ਰਸੀਦ ਵੀ ਹੈਗੀ ਆ। ਹਾਂਜੀ, ਆ ਹੈਗੇ ਆ ਜੀ, ਜਿਹੜੇ ਕਿ ਸਾਡੇ ਆਹ ਰਸੀਦ ਦੀਆਂ ਉੱਤੇ ਮੋਹਰਾਂ ਵੀ ਲੱਗੀਆਂ ਆ। 2016 ਦਾ ਆਹ ਤਰੀਕ ਵੀ ਲੱਗੀ ਉਹ। ਇਹ ਟਰਸਟ ਦਾ ਜਿਹੜਾ ਇਹ ਦੱਸਿਆ ਇਹਨਾਂ ਨੇ, ਹਾਂਜੀ, ਟਰਸਟ ਉਹ ਜਿਹੜੇ ਸੀਗੇ, ਜਿਹੜੇ ਇਹਨੇ ਸਾਨੂੰ ਜਿਹੜੇ ਬੰਦਿਆਂ ਨੇ ਇਹ ਸਾਡੇ ਕੋਲੋਂ ਫੜੇ ਆ, ਉਹਨਾਂ ਦੇ ਉੱਤੇ ਨਾਂ ਵੀ ਲਿਖੇ ਆ। ਤੇ ਇੱਕ ਬੀਬੀ ਸੀਗੀ, ਇੱਕ ਬੰਦਾ ਸੀਗਾ, ਤੇ ਉਹਨੇ ਆਪਣੇ ਸਾਨੂੰ ਫੋਨ ਨੰਬਰ ਵੀ ਦਿੱਤੇ ਆ। ਉਸ ਤੋਂ ਬਾਅਦ ਅਸੀਂ ਪਿਛਲੇ ਸਾਲ ਦੁਬਾਰਾ ਫਿਰ ਅਸੀਂ ਗਏ ਆ ਉੱਥੇ, ਅਸੀਂ ਪੁਲਿਸ ਦੇ ਰਿਪੋਰਟ ਵੀ ਦਿੱਤੀ ਸੀ ਚੰਡੀਗੜ੍ਹ ਦੇ ਵਿੱਚ। ਤੇ ਜਦੋਂ ਰਿਪੋਰਟ ਅਸੀਂ ਉੱਥੇ ਬਿਆਨ ਵੀ ਦਿੱਤੇ ਸੀਗੇ, ਤੇ ਜਿਸ ਵੇਲੇ ਅਸੀਂ ਉਹ 21 ਨੰਬਰ ਸੈਕਟਰ ਦੇ ਵਿੱਚ ਗਏ ਆ, ਉੱਥੇ ਕੋਈ ਹੋਰ ਕਿਰਾਏਦਾਰ ਬੈਠੇ ਸੀ। ਉਹ ਕਹਿੰਦੇ ਸਪੋਕਸਮੈਨ ਤਾਂ ਇੱਥੇ ਹੈ ਹੀ ਨਹੀਂ। ਉਸ ਤੋਂ ਮਗਰੋਂ ਅਸੀਂ ਪਤਾ ਲੱਗਾ ਵੀ ਇਹ ਕਿਸੇ ਹੋਰ ਸੈਕਟਰ ਦੇ ਵਿੱਚ ਚਲੇ ਗਏ ਆ। ਅਸੀਂ ਉੱਥੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਆ, ਫੋਨ ਦੇ ਵਿੱਚ ਤੇ ਗੱਲਬਾਤ ਹੁੰਦੀ ਰਹੀ ਆ। ਇਹ ਪਰ ਸਾਨੂੰ ਫੋਨ ਦੇ ਉੱਤੇ ਉਹੀ ਸਾਨੂੰ ਸੋਨੇ ਦੇ ਮੁੰਡੇ ਦੇ ਦਿੰਦੇ ਆ, ਇਹਨਾਂ ਨੂੰ ਘਲਾਈ ਚੱਲੋ, ਨਾ ਉਹ ਬੋਲਣ ਦਾ ਨਾ ਚੱਲਣ। ਅਸੀਂ ਉਹ ਗੁੱਡੇ ਜਿਹੜੇ ਆ ਨਕਲੀ ਸੋਨੇ ਦੇ, ਅਸੀਂ ਉਹੀ ਲਈ ਫਿਰਦੇ ਆ ਅੱਜ ਤੱਕ। ਸਾਡੇ ਪੱਲੇ ਐ ਹੀ 4 ਜਿਹੜੇ ਹੈਗੇ ਆ ਦਸਤਾਵੇਜ਼ ਆ। ਅਜਿਹਾ ਨਹੀਂ ਹੈ ਕਿ ਸਤਨਾਮ ਸਿੰਘ ਨੇ ਇਸ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ, ਪਰ ਉਸ ਦਾ ਵੀ ਕੋਈ ਫਾਇਦਾ ਨਾ ਹੋਇਆ। ਪੁਲਿਸ ਕਹਿੰਦੀ ਸਾਨੂੰ ਇਹ ਬੰਦੇ ਨਹੀਂ ਮਿਲਦੇ ਹੈਗੇ, ਅਸੀਂ ਕੀ ਕਾਰਵਾਈ ਕਰੀਏ। ਕਦੋਂ ਤੋਂ ਸ਼ਿਕਾਇਤ ਦਿੱਤੀ ਪੁਲਿਸ ਨੂੰ? ਅਸੀਂ 2022 ਦੇ ਵਿੱਚ ਦਿੱਤੀ ਸੀ। ਤੇ ਹੋਰ ਵੀ ਬੰਦੇ ਹੈਗੇ ਨੇ, ਕਈਆਂ ਨਾਲ ਰਾਬਤਾ ਹੋਇਆ ਹੋਵੇ ਤੁਹਾਡਾ ਜਾਂ ਸੁਣਨ ਚ ਆਇਆ ਹੋਵੇ? ਮੈਨੂੰ ਸੁਣਨ ਵਿੱਚ ਜ਼ਰੂਰ ਆਇਆ, ਚਿੱਠੀਆਂ ਜ਼ਰੂਰ ਮੈਨੂੰ ਆਉਂਦੀਆਂ ਰਹੀਆਂ ਵੀ ਇਹ ਜਿਹੜਾ ਅਦਾਰਾ ਆ ਇਹ ਇੱਕ ਧੋਖੇਬਾਜ਼ ਆ, ਫਰਾਡ ਆ, ਇਹ ਤੋਂ ਵੱਧ ਕੁਝ ਨਹੀਂ ਹੈਗਾ। ਸਤਨਾਮ ਸਿੰਘ ਦਾ ਇਲਜ਼ਾਮ ਹੈ ਕਿ ਬਾਬੇ ਨਾਨਕ ਦਾ ਨਾਮ ਵਰਤ ਕੇ ਸਿੱਖ ਸ਼ਰਧਾਲੂਆਂ ਨੂੰ ਮੂਰਖ ਬਣਾਇਆ ਗਿਆ। ਸਿੱਖਾਂ ਨੂੰ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਜ਼ਰੀਏ ਇਹ ਸੁਨੇਹੇ ਦਿੱਤੇ ਗਏ ਕਿ ਬਾਬੇ ਨਾਨਕ ਦਾ ਅਜਿਹਾ ਉੱਚਾ ਦਰ ਬਣਾਇਆ ਜਾਵੇਗਾ ਜੋ ਦੁਨੀਆ ਭਰ 'ਚ ਉਹਨਾਂ ਦੇ ਫਲਸਫੇ ਨੂੰ ਪਹੁੰਚਾਏਗਾ। ਇਸ ਦੇ ਤਹਿਤ ਲੱਖਾਂ ਰੁਪਇਆਂ 'ਚ ਇਸ ਦੀ ਮੈਂਬਰਸ਼ਿਪ ਖਰੀਦਣ ਦੇ ਇਸ਼ਤਿਹਾਰ ਵੀ ਵੰਡੇ ਗਏ। ਮੁੱਖ ਸਰਪ੍ਰਸਤ ਮੈਂਬਰਸ਼ਿਪ ਲੈਣ ਦੇ ਲਈ ਪਹਿਲਾਂ 5 ਲੱਖ ਤੇ ਉਸ ਦੇ ਚਾਲੂ ਹੋਣ ਮਗਰੋਂ 10 ਲੱਖ ਰੁਪਏ ਦੀ ਸਕੀਮ ਰੱਖੀ ਗਈ। ਸਰਪ੍ਰਸਤ ਮੈਂਬਰਸ਼ਿਪ ਦੇ ਲਈ ਪਹਿਲਾਂ 1 ਲੱਖ ਤੇ ਬਾਅਦ 'ਚ 2 ਲੱਖ ਰੁਪਏ ਮੰਗੇ ਗਏ। ਲਾਈਫ ਮੈਂਬਰ ਬਣਨ ਦੇ ਲਈ ਪਹਿਲਾਂ 50,000 ਤੇ ਬਾਅਦ 'ਚ 1 ਲੱਖ ਰੁਪਏ ਅਤੇ ਗਵਰਨਿੰਗ ਕਾਉਂਸਲ ਦੀ ਉਮਰ ਭਰ ਦੀ ਮੈਂਬਰਸ਼ਿਪ ਦੇ ਲਈ ਪਹਿਲਾਂ 25 ਲੱਖ ਤੇ ਫਿਰ 50 ਲੱਖ ਰੁਪਏ ਦਾ ਚੰਦਾ ਮੰਗਿਆ ਗਿਆ। ਦਿਹਾਈ ਇੱਕ ਹੋਰ ਇਸ਼ਤਿਹਾਰ ਲੋਕਾਂ ਨੂੰ ਇਸ ਸੰਸਥਾ ਦੇ ਨਾਲ ਜੋੜਨ ਦੇ ਲਈ ਛਾਪਿਆ ਗਿਆ ਸੀ, ਜਿਸ ਦੇ ਮੁਤਾਬਕ ਉੱਚਾ ਦਰ ਬਾਬੇ ਨਾਨਕ ਦਾ ਨਾਮ ਤੋਂ ਉਸਾਰੀ ਜਾ ਰਹੀ ਇਸ ਇਮਾਰਤ ਦੇ ਨਾਲ ਜੁੜਨ ਦੇ ਲਈ 5 ਸਕੀਮਾਂ ਦਿੱਤੀਆਂ ਗਈਆਂ। ਇਸ ਯੋਜਨਾ ਨੂੰ ਨਾਮ ਦਿੱਤਾ ਗਿਆ ਨਾਲੇ ਪੁੰਨ ਨਾਲੇ ਫਲੀਆਂ। ਪਹਿਲੀ ਸਕੀਮ, ਸਰਪ੍ਰਸਤ ਮੈਂਬਰ ਬਣ ਕੇ ਲੋਕ ਇਸ ਸੰਸਥਾ ਦਾ ਹਿੱਸਾ ਬਣ ਸਕਦੇ ਸਨ, ਯਾਨੀ ਕਿ 1 ਤੋਂ ਲੈ ਕੇ 10 ਲੱਖ ਰੁਪਏ ਦੇ ਕੇ। ਦੂਜੀ ਸਕੀਮ, ਲਾਈਫ ਮੈਂਬਰ ਬਣ ਕੇ, ਯਾਨੀ 25 ਤੋਂ 50 ਲੱਖ ਰੁਪਏ ਖਰਚ ਕਰਕੇ। ਤੀਜੀ ਸਕੀਮ, ਆਪਣੀ ਕਮਾਈ ਦਾ 10ਵਾਂ ਹਿੱਸਾ, ਯਾਨੀ ਦਸਵੰਧ ਦੇ ਕੇ। ਚੌਥੀ ਸਕੀਮ, 12 ਤੋਂ 15% ਸੂਦ ਉੱਤੇ ਪੈਸਾ ਲਗਾ ਕੇ, ਯਾਨੀ ਲੋਕ ਵੱਡੀ ਰਕਮ ਲਗਾ ਕੇ ਇਸ ਸੰਸਥਾ ਤੋਂ 12 ਤੋਂ 15% ਸੂਦ ਵਸੂਲ ਸਕਦੇ ਸੀ। ਪੰਜਵੀਂ ਸਕੀਮ, 5 ਸਾਲਾਂ ਮਗਰੋਂ ਦੁੱਗਣੀ ਰਕਮ ਵਾਪਸ ਲੈ ਕੇ, ਯਾਨੀ ਜੋ ਵੀ ਰਕਮ ਇਸ ਇਮਾਰਤ ਦੀ ਉਸਾਰੀ ਲਈ ਦਿੱਤੀ ਜਾਂਦੀ ਉਸ ਨੂੰ 5 ਸਾਲਾਂ 'ਚ ਦੁੱਗਣੀ ਕਰਨ ਦਾ ਸੁਪਨਾ ਵਿਖਾਇਆ ਗਿਆ। ਇਹਨਾਂ ਸਭ ਤੋਂ ਇਲਾਵਾ ਲੋਕਾਂ ਨੂੰ ਇਹ ਵੀ ਭਰਮ ਪਾਇਆ ਗਿਆ ਕਿ ਇਹਨਾਂ 'ਚੋਂ ਕਿਸੇ ਵੀ ਸਕੀਮ ਦੇ ਰਾਹੀਂ ਜੁੜਨ ਵਾਲੇ ਲੋਕ ਹੀ ਇਸ ਇਮਾਰਤ ਦੇ ਮਾਲਕ ਹੋਣਗੇ ਅਤੇ ਉਹਨਾਂ ਵੱਲੋਂ ਚੁਣੀ ਗਈ ਕਮੇਟੀ ਹੀ ਇਸ ਦੀ ਸੰਭਾਲ ਕਰੇਗੀ। ਸਪੋਕਸਮੈਨ ਟਰਸਟ ਅਤੇ ਫਿਰ ਉਸ ਤੋਂ ਬਾਅਦ ਨਵੇਂ ਸਿਰੇ ਤੋਂ ਬਣਾਏ ਗਏ ਉੱਚਾ ਦਰ ਬਾਬੇ ਨਾਨਕ ਦਾ ਟਰਸਟ ਵੱਲੋਂ ਜਿਸ ਤਰ੍ਹਾਂ ਖੁੱਲ੍ਹੇਆਮ ਪੈਸੇ ਦੁੱਗਣੇ ਕਰਨ ਦੀ ਸਕੀਮ ਦਾ ਪ੍ਰਚਾਰ ਕੀਤਾ ਗਿਆ,
ਉਸ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਿਉਂ ਨਹੀਂ ਹੋਈ? ਕਿਉਂਕਿ ਇਹ ਸਕੀਮ ਪੂਰੀ ਤਰ੍ਹਾਂ ਸਰਕਾਰ ਦੇ ਨਿਯਮਾਂ ਦੇ ਵਿਰੁੱਧ ਸੀ। ਅਜਿਹੀਆਂ ਸਕੀਮਾਂ ਜੋ ਲੋਕਾਂ ਨੂੰ ਛੇਤੀ ਅਮੀਰ ਬਣਨ ਦਾ ਲਾਲਚ ਦੇ ਕੇ ਠੱਗਦੀਆਂ ਨੇ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਮੌਜੂਦ ਨੇ। ਕੇਂਦਰ ਸਰਕਾਰ ਵੱਲੋਂ ਅਜਿਹੀਆਂ ਸਕੀਮਾਂ ਚਲਾਉਣ ਵਾਲਿਆਂ ਤੇ ਰੋਕ ਲਾਉਣ ਦੇ ਲਈ ਬਕਾਇਦਾ ਕਾਨੂੰਨ ਬਣਾਇਆ ਗਿਆ। ਬਾਵਜੂਦ ਉਸ ਦੇ ਅੱਜ ਤੱਕ ਇਸ ਸਕੀਮ ਨੂੰ ਚਲਾਉਣ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਦਰਅਸਲ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਦ ਬੈਨਿੰਗ ਆਫ ਅਨਰੈਗੂਲੇਟਿਡ ਡਿਪੋਜ਼ਿਟ ਸਕੀਮਸ ਐਕਟ ਦੇ ਤਹਿਤ ਕੋਈ ਵੀ ਚਿੱਟ ਫੰਡ ਕੰਪਨੀ ਜੋ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਦਾਅਵਾ ਕਰਦੀ ਹੈ, ਉਹ ਬਗੈਰ ਸਰਕਾਰ ਤੋਂ ਮਨਜ਼ੂਰੀ ਲਏ ਅਜਿਹੀ ਸਕੀਮ ਨਹੀਂ ਚਲਾ ਸਕਦੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਜਿਹੀਆਂ ਚਿੱਟ ਫੰਡ ਕੰਪਨੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ। ਨਿਯਮਾਂ 'ਚ ਬਦਲਾਅ ਕਰਕੇ ਅਜਿਹੇ ਲੋਕਾਂ ਨੂੰ 10 ਸਾਲ ਤੱਕ ਦੀ ਕੈਦ ਦੀ ਸਜ਼ਾ ਦੇਣ ਦਾ ਮਤਾ ਪੰਜਾਬ ਕੈਬਨਿਟ ਨੇ ਵੀ ਪਾਸ ਕਰ ਦਿੱਤਾ ਹੈ। ਉਧਰ ਕਾਨੂੰਨ ਦੇ ਮਾਹਰਾਂ ਦਾ ਵੀ ਕਹਿਣਾ ਹੈ ਕਿ ਇਹ ਇੱਕ ਬਹੁਤ ਵੱਡਾ ਅਪਰਾਧ ਹੈ ਤੇ ਜੇਕਰ ਵੱਡੀ ਤਾਦਾਦ 'ਚ ਪੀੜਤ ਪੁਲਿਸ ਅਤੇ ਸਰਕਾਰ ਦੇ ਕੋਲ ਪਹੁੰਚ ਕਰਦੇ ਨੇ ਤਾਂ ਸਰਕਾਰ ਵੱਲੋਂ SIT ਦਾ ਗਠਨ ਕਰਕੇ ਇਸ ਧੋਖਾਧੜੀ ਦੀ ਜਾਂਚ ਕਰਵਾਈ ਜਾ ਸਕਦੀ ਹੈ। ਚਿੱਟ ਫੰਡ ਕੰਪਨੀਆਂ ਨੂੰ ਲੈ ਕੇ ਬਹੁਤ ਲੋਕ ਪੀੜਤ ਨੇ। ਚਿੱਟ ਫੰਡ ਕੰਪਨੀਆਂ ਲਾਲਚ ਦੇ ਕੇ ਆਮ ਲੋਕਾਂ ਤੋਂ ਉਹਨਾਂ ਦੀ ਮਿਹਨਤ ਦੀ ਕਮਾਈ ਲੈ ਲੈਂਦੇ ਨੇ। ਦੁੱਗਣੇ ਪੈਸੇ ਕਰਾਂਗੇ, ਤਿੱਗਣੇ ਕਰਾਂਗੇ, ਇੱਕ ਦੋ ਵਾਰੀ ਦੁੱਗਣੇ ਦੇ ਵੀ ਦਿੰਦੇ ਆ ਵਿਸ਼ਵਾਸ ਬਣਾ ਕੇ। ਬਾਅਦ ਦੇ ਵਿੱਚ ਕਰੋੜਾਂ ਖਰਬਾਂ ਰੁਪਏ ਦਾ ਘਪਲਾ ਹੋ ਜਾਂਦਾ। ਇੱਕ ਅਮੈਂਡਮੈਂਟ ਲੈ ਕੇ ਆਇਆ ਐਕਟ ਦੇ ਵਿੱਚ, ਉਹਨਾਂ ਨੂੰ ਸਖਤ ਸਜ਼ਾ ਦਾ ਅਸੀਂ ਪ੍ਰਾਵਧਾਨ ਕਰ ਰਹੇ ਹਾਂ। 10 ਸਾਲ ਤੱਕ 10 ਸਾਲ ਤੱਕ ਦੀ ਸਜ਼ਾ ਜਿਹੜੀ ਹੈ ਉਹ ਚਿੱਟ ਫੰਡ ਕੰਪਨੀ ਜੇ ਕੋਈ ਕਿਸੇ ਨੂੰ ਬਰਗਲਾ ਕੇ ਉਹਨਾਂ ਦੇ ਪੈਸੇ ਜਿਹੜੇ ਨੇ ਉਹਨਾਂ ਨੂੰ ਸੁਪਨੇ ਦਿਖਾ ਕੇ ਝੂਠੇ ਉਹ ਲੈਣਗੇ ਤਾਂ ਚਿੱਟ ਫੰਡ ਕੰਪਨੀਆਂ ਦੇ ਜਿਹੜੇ ਪ੍ਰਬੰਧਕ ਹੋਣਗੇ ਜਾਂ ਜੋ ਵੀ ਜ਼ਿੰਮੇਵਾਰ ਹੋਣਗੇ 10 ਸਾਲ ਦੀ ਸਖਤ ਸਜ਼ਾ ਦਾ ਅਸੀਂ ਵਿਧਾਨ ਸਭਾ ਦੇ ਵਿੱਚ ਆਉਣ ਵਾਲੇ 'ਚ ਲੈ ਕੇ ਆਏ। ਮੈਨੂੰ ਵੀ ਅਪਰੋਚ ਕੀਤਾ ਗਿਆ ਸੀਗਾ ਕਿਉਂਕਿ ਇਹਦੇ ਵਿੱਚ ਕੁਝ ਕਿਸਾਨ ਜਿਹੜੀਆਂ ਜਥੇਬੰਦੀਆਂ ਕਿਸਾਨ ਜਿਹੜੇ ਆ ਉਹਨਾਂ ਦੇ ਵੀ ਪੈਸੇ ਇਹਨਾਂ ਵਿੱਚ ਇਨਵੋਲਵ ਸੀਗੇ ਕਿਉਂਕਿ ਇਹਨਾਂ ਨੇ ਇੱਕ ਉਹਨਾਂ ਨੂੰ ਫਰਾਡ ਕਮਿਟ ਕੀਤਾ। ਝੂਠ ਬੋਲ ਕੇ ਉਹਨਾਂ ਦੇ ਜਿਹੜੇ ਪੈਸੇ ਇਨਵੈਸਟ ਕਰਵਾ ਦਿੱਤੇ। ਬਾਅਦ ਵਿੱਚ ਐਜ਼ ਪਰ ਜੋ ਇਹਨਾਂ ਦੀ ਜਿਹੜਾ ਇਹਨਾਂ ਨੂੰ ਵਾਅਦਾ ਕੀਤਾ ਸੀਗਾ ਕਿ ਡਬਲ ਅਮਾਊਂਟ ਉਹਨਾਂ ਨੂੰ ਵਾਪਸ ਨਹੀਂ ਕੀਤਾ। ਇਹਦੇ ਲਈ ਪਹਿਲੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਤਾਂ DGP ਨੂੰ ਇੱਕ ਰੀਪ੍ਰੈਜੈਂਟੇਸ਼ਨ ਦੇਣੀ ਚਾਹੀਦੀ, ਐਪਲੀਕੇਸ਼ਨ ਦੇਣੀ ਚਾਹੀਦੀ ਹੈ। ਪੰਜਾਬ ਗੌਰਮੈਂਟ ਨੂੰ ਇੱਕ CM ਨੂੰ ਜਿਹੜੀ ਐਪਲੀਕੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਇੱਕ ਸਿੱਟ ਬਣ ਸਕਦੀ ਹੈ। ਕਿਉਂਕਿ ਇਹਦੇ ਵਿੱਚ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਹੈ ਇਹਦੇ ਵਿੱਚ ਕਾਫੀ ਜਿਹੜਾ ਆ ਕਰੋੜਾਂ ਜਿਹੜਾ ਰੁਪਈਆ ਜਿਹੜਾ ਆ ਇਹਦੇ ਵਿੱਚ ਇਨਵੋਲਵ ਹੈ। ਪਿੱਛੇ ਜੇ ਤੁਸੀਂ ਸੁਣਿਆ ਹੋਵੇਗਾ ਪਰਲ ਗਰੁੱਪ ਜਿਹੜਾ ਉਹਨਾਂ ਨੇ ਵੀ ਇੱਦਾਂ ਹੀ ਜਿਹੜਾ ਇਨਵੈਸਟਰ ਨਾਲ ਚੀਟਿੰਗ ਕੀਤੀ। ਇਹਦੇ ਵਿੱਚ ਵੀ ਸੇਮ ਹੈ। ਜੇ ਤੁਸੀਂ ਪਹਿਲਾਂ ਜਿਹੜੀ ਸਾਡੇ ਕੋਲ ਰੈਮੇਡੀ ਅਵੇਲੇਬਲ ਹੈ ਸਾਨੂੰ ਇਮੀਡੀਏਟਲੀ ਜਿਹੜੀ ਹੈ ਪੁਲਿਸ ਨੂੰ ਜਿਹੜਾ ਅਪਰੋਚ ਕਰਨਾ ਚਾਹੀਦਾ ਕਿਉਂਕਿ ਜੇ ਗਵਰਨਮੈਂਟ ਚਾਹਵੇ ਸਿੱਟ ਬਣਾ ਕੇ ਜੇ ਆਪਣਾ ਆਫਿਸ ਜਿਹੜਾ ਕਿਉਂਕਿ ਮੈਨੂੰ ਪਤਾ ਲੱਗਾ ਆਫਿਸ ਉੱਥੋਂ ਸ਼ਿਫਟ ਕਰ ਗਏ ਆਪਣਾ ਜਾਂ ਉੱਥੋਂ ਆਫਿਸ ਬੰਦ ਕਰ ਗਏ ਆ। ਇਹਨਾਂ ਦੇ ਬੈਂਕ ਅਕਾਊਂਟ ਹੋਣਗੇ, ਇਹਨਾਂ ਦੇ ਜਦੋਂ ਬੈਂਕ ਅਕਾਊਂਟ ਜਦੋਂ ਇਹਨਾਂ ਨੇ ਓਪਨ ਕਰਾਏ ਹੋਣਗੇ ਉਦੋਂ ਇਹਨਾਂ ਨੇ ਡਾਕੂਮੈਂਟ ਪ੍ਰੋਵਾਈਡ ਕੀਤੇ ਹੋਣਗੇ। ਫਿਰ ਜਿਹੜਾ ਜਿਸ ਤੱਕ ਮੈਨੂੰ ਜਾਣਕਾਰੀ ਹੈ ਇਹਦੇ ਵਿੱਚ ਜਿਹੜਾ ਸਪੋਕਸਮੈਨ ਜਿਹੜਾ ਉਹਦੇ ਨਾਂ 'ਤੇ ਟਰੱਸਟ ਬਣਿਆ ਸੀਗਾ ਕਿਉਂਕਿ ਇਹਦੇ ਵਿੱਚ ਜਿਹੜਾ ਗੌਰਮੈਂਟ ਨੂੰ ਚਾਹੀਦਾ ਕਿਉਂਕਿ ਜਿਹੜਾ ਬਾਬੇ ਨਾਨਕ ਦੇ ਨਾਮ ਤੇ ਜਿਹੜਾ ਚੀਟਿੰਗ ਕਰ ਰਿਹਾ ਜਿਹੜਾ ਟਰੱਸਟ ਇਹੋ ਜਿਹੇ ਬੰਦੇ ਜਿਹੜੇ ਆ ਬਿਹਾਈਂਡ ਦਾ ਬਾਰ ਹੋਣੇ ਚਾਹੀਦੇ। ਸਾਰੇ ਜਾਣੇ ਇਕੱਠੇ ਹੋ ਕੇ ਮੈਂ ਉਹਨਾਂ ਨੂੰ ਮੇਰੀ ਇਹੀ ਜਿਹੜੀ ਅਪੀਲ ਹੈ ਕਿਉਂਕਿ ਸਾਨੂੰ ਜਿਹੜੀ ਹੈ ਜੇ ਸਾਡੇ ਨਾਲ ਕੋਈ ਧੋਖਾ ਹੋਇਆ ਤਾਂ ਸਾਨੂੰ ਜਿਹੜਾ ਆ ਉਹਦੀ ਆਵਾਜ਼ ਉਠਾਉਣੀ ਚਾਹੀਦੀ ਹੈ। ਸਾਰੇ ਜਾਣੇ ਇਕੱਠੇ ਹੋ ਕੇ ਗੌਰਮੈਂਟ ਨੂੰ ਅਪਰੋਚ ਕਰੋ। ਇਹਦੇ ਵਿੱਚ ਸਿੱਟ ਬਣ ਸਕਦੀ ਹੈ ਤਾਂ ਕਿ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਜਿਹੜੇ ਆ ਨਾ ਕੋਈ ਮਾੜੇ ਮੋਟੇ ਜਿਹੜੇ ਹਾਈ ਜਿਹੜੇ ਤਗੜੇ ਬੰਦੇ ਜਿਹੜੇ 'ਚ ਇਨਵੋਲਵ ਹੋਣਗੇ ਤਾਂ ਕਿ ਜਿਹੜੇ ਹੋਰ ਜਿਹੜੇ ਲੋਕਾਂ ਨਾਲ ਇੱਦਾਂ ਧੋਖਾ ਨਾ ਕਰਨ। ਲੋਕਾਂ ਤੋਂ ਪੈਸਿਆਂ ਦੀ ਠੱਗੀ ਕਰਨ ਦੇ ਇਸ ਮਾਮਲੇ ਤੇ PTC ਨਿਊਜ਼ ਨੇ ਮੁੱਖ ਮੁਲਜ਼ਮ ਅਤੇ ਸਪੋਕਸਮੈਨ ਦੇ ਮਾਲਕ ਜੋਗਿੰਦਰ ਸਿੰਘ ਦੀ ਬੇਟੀ ਨਿਮਰਤ ਕੌਰ ਜੋ ਕਿ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਵੀ ਹੈ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਵਾਲ ਪੁੱਛਣ ਤੇ ਉਹਨਾਂ ਵੱਲੋਂ ਫੋਨ ਹੀ ਕੱਟ ਦਿੱਤਾ ਗਿਆ। You have called is speaking to someone else. You can wait. Hello? ਸਾਡੇ ਨਾਲ ਇਸ ਵੇਲੇ ਸਪੋਕਸਮੈਨ ਦੇ ਮੈਨੇਜਿੰਗ ਐਡੀਟਿੰਗ ਮੈਡਮ ਨਿਮਰਤ ਕੌਰ ਜੁੜੇ ਨੇ। ਮੈਡਮ ਇੱਕ ਸਵਾਲ PTC ਨਿਊਜ਼ ਤੋਂ ਗੱਲ ਕਰ ਰਹੇ ਹਾਂ ਜੀ। ਉੱਚਾ ਦਰ ਬਾਬੇ ਨਾਨਕ ਦਾ ਟਰਸਟ ਬਣਾਇਆ ਗਿਆ ਸੀ, ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕਾਂ ਨੇ ਪੈਸਾ ਲਗਾਇਆ ਸੀ ਉਹ ਕਹਿੰਦੇ ਦੁੱਗਣਾ ਤਾਂ ਮੈਡਮ
ਫੋਨ ਕੱਟ ਗਿਆ, ਦੁਬਾਰਾ ਟਰਾਈ ਕਰਾਂਗੇ। ਰਿੰਗ ਲਗਾਤਾਰ ਜਾ ਰਹੀ ਹੈ। ਮੈਨੇਜਿੰਗ ਐਡੀਟਿੰਗ ਨੇ ਮੈਡਮ ਨਿਮਰਤ ਕੌਰ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਤਾਂ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਉਹਨਾਂ ਨੇ ਫੋਨ ਵੀ ਚੁੱਕਿਆ, ਪਰ ਇਸ ਤੋਂ ਬਾਅਦ ਫੋਨ ਨਹੀਂ ਚੁੱਕਿਆ ਗਿਆ। ਉੱਚਾ ਦਰ ਬਾਬੇ ਨਾਨਕ ਦਾ ਨਾਮ ਤੋਂ ਸਾਰੇ ਜਾ ਰਹੇ ਇਸ ਕੰਪਲੈਕਸ 'ਚ ਗਰੀਬ ਬੱਚਿਆਂ ਦੇ ਲਈ ਸਕੂਲ, ਬਾਬੇ ਨਾਨਕ ਨਾਲ ਜੁੜਿਆ ਅਜਾਇਬ ਘਰ, ਹਸਪਤਾਲ, ਲਾਇਬ੍ਰੇਰੀ, ਰਿਹਾਇਸ਼ੀ ਕਮਰੇ, ਬਾਜ਼ਾਰ, ਅਧਿਆਤਮਿਕ ਸੰਸਦ ਵਰਗੀਆਂ ਕਈ ਤਰ੍ਹਾਂ ਦੀਆਂ ਸਹੂਲਤਾਂ ਉਸਾਰੀਆਂ ਜਾਣੀਆਂ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹੀ ਸਭ ਵੇਖ ਕੇ ਸਿੱਖ ਕੌਮ ਨੇ ਕਰੋੜਾਂ ਰੁਪਇਆਂ ਦਾ ਚੰਦਾ ਇਸ ਸੰਸਥਾ ਨੂੰ ਦੇ ਦਿੱਤਾ। ਪਰ ਹੁਣ ਪਟਿਆਲਾ ਦੇ ਰਾਜਪੁਰਾ ਦੇ ਵਿੱਚ ਬਣਾਈ ਗਈ ਇਹ ਇਮਾਰਤ ਉਹਨਾਂ ਲੋਕਾਂ ਨੂੰ ਮੂੰਹ ਚੜਾ ਰਹੀ ਹੈ ਜਿਨ੍ਹਾਂ ਨੇ ਕਿਸੇ ਚੰਗੇ ਮਕਸਦ ਦੇ ਨਾਲ ਆਪਣੀ ਜਮ੍ਹਾਂ ਪੂੰਜੀ ਇਸ ਸੰਸਥਾ ਦੇ ਨਾਮ ਕਰ ਦਿੱਤੀ, ਪਰ ਬਦਲੇ 'ਚ ਉਹਨਾਂ ਨੂੰ ਮਿਲਿਆ ਸਿਰਫ ਤੇ ਸਿਰਫ ਧੋਖਾ। ਬਿਊਰੋ ਰਿਪੋਰਟ, PTC ਨਿਊਜ਼। ਸੋ ਸੁਣਿਆ ਤੁਸੀਂ ਕਿਵੇਂ ਰੋਜ਼ਾਨਾ ਸਪੋਕਸਮੈਨ ਨੇ ਨਾ ਲੱਖਾਂ ਕਰੋੜਾਂ ਲੋਕਾਂ ਦੇ ਨਾਲ ਠੱਗੀ ਕੀਤੀ, ਨਾ ਭੋਲੇ ਭਾਲੇ ਲੋਕਾਂ ਦੇ ਨਾਲ। ਮਾਮਲਾ ਇੱਥੇ ਨਹੀਂ ਰੁਕਦਾ। ਬਾਬੇ ਨਾਨਕ ਦੇ ਉੱਚੇ ਦਰ ਨੂੰ ਲੈ ਕੇ ਜੋ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ, ਉਸ ਦੇ ਪੀੜਿਤ ਲਗਾਤਾਰ ਸਾਹਮਣੇ ਆ ਰਹੇ ਨੇ। ਪਰ ਇਸ ਵਿਚਾਲੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਵੀ ਹੈ ਕਿ ਠੱਗੀ ਦਾ ਇਹ ਮਾਮਲਾ ਜਾਂਚ ਏਜੰਸੀਆਂ ਦੀ ਨਜ਼ਰ ਦੇ ਵਿੱਚ ਵੀ ਲਗਾਤਾਰ ਬਣਿਆ ਹੋਇਆ ਹੈ। ਜਾਂਚ ਏਜੰਸੀਆਂ ਦੀ ਨਜ਼ਰ ਦੇ ਵਿੱਚ ਹੋਣ ਦਾ ਵੀ ਖੁਲਾਸਾ ਹੋਇਆ ਹੈ। ਖੁਲਾਸੇ ਨੇ ਕਈ ਸਵਾਲ ਵੀ ਇਸ ਦੌਰਾਨ ਜ਼ਰੂਰ ਚੁੱਕੇ ਨੇ। ਸਵਾਲ ਇਹ ਕਿ ਆਖਰ ਸਰਕਾਰ ਅਤੇ ਸਰਕਾਰੀ ਏਜੰਸੀਆਂ ਤੇ ਸਵਾਲ ਇੱਕ ਕਾਰਵਾਈ ਨਾ ਕਰਨ ਨੂੰ ਲੈ ਕੇ, ਪਰ ਇਹ ਸਵਾਲ ਕਿਉਂ ਉੱਠ ਰਹੇ ਨੇ, ਇਹ ਜਾਣਨ ਲਈ ਦਿਖਾਉਂਦੇ ਆ ਇਹ ਪੂਰੀ ਰਿਪੋਰਟ। ਦੇਖੋ, ਸਪੋਕਸਮੈਨ ਅਖਬਾਰ ਜਿਹੜੀ ਘਰ ਲਵਾਈ ਹੋ ਸੀਗੀ, ਉਹਦੇ ਉੱਤੇ ਇਸ਼ਤਿਹਾਰ ਆਉਂਦਾ ਸੀ ਵੀ ਜੇ ਤੁਸੀਂ ਸਿੱਖੀ ਨੂੰ ਬਚਾਉਣਾ ਆ ਤੇ ਸਾਨੂੰ ਮਾਲੀ ਮਦਦ ਦਿਓ। ਜਿਹਦੇ ਹਿਸਾਬ ਨਾਲ ਕਰਕੇ ਪੈਸੇ ਲਵਾਤੇ ਸੀ ਸਾਡੇ ਤਿੰਨ ਭਰਾਵਾਂ ਤੋਂ 50,000 ਰੁਪਏ। ਅਸੀਂ 2009 ਚ ਪੈਸੇ ਲਾਏ ਸੀ ਜੀ, ਉੱਚਾ ਦਰ ਬਾਬੇ ਨਾਨਕ ਦੇ ਨਾਂ ਤੇ ਲਾਏ ਤੇ ਜੀ ਸਿੱਖ ਧਰਮ ਦੇ। ਡਬਲ ਦਾ ਕਰਨਾ ਅਸੀਂ ਮੰਨ ਲਓ ਕਿੰਨੀ ਕੁ ਵਾਰੀ ਇਹਨਾਂ ਕੋਲ ਜਾਇਆ, ਇਹਨਾਂ ਨੇ ਮੁੜ ਕੇ ਨਾ ਤਾਂ ਸਾਨੂੰ ਕੋਈ ਪੱਤਾ ਬਣਾਉਂਦੇ ਆ। ਅੱਜ 16 ਸਾਲ ਹੋ ਗਏ। ਇਹ ਉਹਨਾਂ ਨੇ ਮੈਨੂੰ ਜਿਹੜੀ ਦਿੱਤਾ ਵੀ ਤੁਸੀਂ ਇਹਦੇ ਮਾਲਕ ਹੋ ਜੀ, ਇਹਦੇ ਵਿੱਚ ਲਿਖਿਆ ਹੋਇਆ ਹੈ ਵੀ ਮਾਲਕ ਤੁਸੀਂ ਹੋ। ਪਰ ਜਦੋਂ ਅਸੀਂ ਪਟਵਾਰੀ ਕੋਲ ਜਾ ਕੇ ਦੇਖਿਆ, ਉਹ ਜਿਹੜੀ ਜ਼ਮੀਨ ਸੀ ਸਾਰੀ ਉਹ ਜਗਜੀਤ ਦੇ ਨਾਂ ਹੈ। ਤਕਰੀਬਨ 15 ਲੱਖ ਰੁਪਈਆ 20 ਲੱਖ ਰੁਪਈਆ ਦੇ ਚੁੱਕੇ ਜੀ। ਹੁਣ ਤੱਕ ਤੁਸੀਂ ਉਹਨਾਂ ਪੀੜਤਾਂ ਦੀ ਗੱਲ ਸੁਣੀ ਜੋ ਧਰਮ ਦੇ ਨਾਂ ਤੇ ਕੀਤੀ ਗਈ ਠੱਗੀ ਦੇ ਸ਼ਿਕਾਰ ਹੋਏ। ਤੁਸੀਂ ਉਹ ਦਾਅਵੇ ਵੀ ਝੂਠੇ ਸਾਬਿਤ ਵੇਖੇ ਜਿਸ ਵਿੱਚ ਕਿਹਾ ਗਿਆ ਕਿ ਉੱਚਾ ਦਰ ਬਾਬੇ ਨਾਨਕ ਦਾ ਨਾਲ ਜੋਗਿੰਦਰ ਸਿੰਘ ਦਾ, ਉਹਨਾਂ ਦੇ ਪਰਿਵਾਰ ਦਾ ਕੋਈ ਸੰਬੰਧ ਨਹੀਂ। ਪਰ ਹੁਣ PTC ਨਿਊਜ਼ ਜੋ ਖੁਲਾਸਾ ਕਰਨ ਜਾ ਰਿਹਾ ਹੈ, ਉਹ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਹ ਖੁਲਾਸਾ ਪੋਲੇ ਪਾਲੇ ਲੋਕਾਂ ਦੀ ਕਿਰਤ ਕਮਾਈ ਨੂੰ ਖੋਣ ਵਾਲਿਆਂ ਦੀ ਨੀਂਦ ਵੀ ਉਡਾਏਗਾ ਅਤੇ ਨਾਲ ਹੀ ਇਹ ਵੀ ਸਾਬਿਤ ਕਰੇਗਾ ਕਿ ਜੋ ਇਲਜ਼ਾਮ ਰੋਜ਼ਾਨਾ ਸਪੋਕਸਮੈਨ ਦੇ ਮਾਲਕ ਜੋਗਿੰਦਰ ਸਿੰਘ ਤੇ ਉੱਚਾ ਦਰ ਬਾਬੇ ਨਾਨਕ ਦਾ ਨਾਮ ਤੇ ਠੱਗੀ ਦੇ ਜੋ ਇਲਜ਼ਾਮ ਲੱਗ ਰਹੇ ਨੇ, ਉਹ ਹੋਰ ਵੀ ਸੰਗੀਨ ਨੇ। ਕਰੋੜਾਂ ਰੁਪਏ ਦੀ ਠੱਗੀ ਦਾ ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ ਕੋਲ ਵੀ ਪਹੁੰਚ ਚੁੱਕਿਆ ਹੈ। ਜਹਾਂ ਸਹੀ ਸੁਣਿਆ ਤੁਸੀਂ, ਇਸ ਮਾਮਲੇ ਦੀ ਸ਼ਿਕਾਇਤ ED ਤੱਕ ਪਹੁੰਚ ਚੁੱਕੀ ਹੈ। ਦਰਅਸਲ ਚੰਡੀਗੜ੍ਹ ਦੇ ਪੁਲਿਸ ਹੈੱਡਕੁਆਰਟਰ ਵਿੱਚ ਪਬਲਿਕ ਵਿੰਡੋ ਦੇ ਜ਼ਰੀਏ ਇਸ ਸ਼ਿਕਾਇਤ ਨੰਬਰ 2021257884 ਪਹੁੰਚੀ ਸੀ। ਇਸ ਸ਼ਿਕਾਇਤ ਵਿੱਚ ਇਸ ਠੱਗੀ ਨਾਲ ਜੁੜੇ ਹਰ ਤੱਥ ਦਾ ਜ਼ਿਕਰ ਸੀ, ਜਿਸ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਇਹ ਮਾਮਲਾ ED ਨੂੰ ਰੈਫਰ ਕੀਤਾ ਗਿਆ, ਕਿਉਂਕਿ ਨਿਯਮਾਂ ਮੁਤਾਬਿਕ ਕੋਈ ਵੀ ਘੁਟਾਲਾ ਜੋ 1 ਕਰੋੜ ਰੁਪਏ ਤੋਂ ਵੱਧ ਦਾ ਹੋਵੇ ਤਾਂ ਉਸ ਦੀ ਜਾਂਚ ED ਨੂੰ ਦਿੱਤੀ ਜਾਂਦੀ ਹੈ। ਸਪੋਕਸਮੈਨ ਟਰਸਟ ਅਤੇ ਉੱਚਾ ਦਰ ਬਾਬੇ ਨਾਨਕ ਦਾ ਟਰਸਟ ਦੇ ਵੱਲੋਂ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੱਤਾ ਗਿਆ। ਕਈ ਸਾਲਾਂ ਤੋਂ ਇਹ ਪੌਂਜ਼ੀ ਸਕੀਮ ਲਗਾਤਾਰ ਭੋਲੇ ਭਾਲੇ ਲੋਕਾਂ ਦੇ ਨਾਲ ਠੱਗੀ ਮਾਰ ਰਹੀ ਹੈ, ਜਦਕਿ ਇਹ ਕੇਂਦਰ ਸਰਕਾਰ ਦੇ ਦ ਬੈਨਿੰਗ ਆਫ ਅਨਰੈਗੂਲੇਟਿਡ ਡਿਪੋਜ਼ਿਟ ਸਕੀਮ ਐਕਟ 2019 ਦੀ ਵੀ ਉਲੰਘਣਾ ਕਰ ਰਹੀ ਹੈ। ਸਪੋਕਸਮੈਨ ਟਰਸਟ ਦੇ ਵੱਲੋਂ ਚਲਾਏ ਜਾਂਦੇ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਜ਼ਰੀਏ ਇਸ ਵਰਗਲਾਉਣ ਵਾਲੀ ਸਕੀਮ ਦੇ ਇਸ਼ਤਿਹਾਰ ਦਿੱਤੇ ਗਏ ਅਤੇ ਇੱਥੋਂ ਤੱਕ ਇਹਨਾਂ ਦੋਵੇਂ ਟਰਸਟ ਦੇ ਵੱਖੋ-ਵੱਖ ਬੈਂਕ ਅਕਾਊਂਟ ਦੀ ਡਿਟੇਲ ਅਤੇ ਇਹਨਾਂ ਬੈਂਕ ਅਕਾਊਂਟਸ ਵਿੱਚੋਂ
ਜਗਜੀਤ ਪਬਲਿਸ਼ਿੰਗ ਕੰਪਨੀ ਪ੍ਰਾਈਵੇਟ ਲਿਮਟਿਡ ਦੇ ਅਕਾਊਂਟ ਵਿੱਚ ਟ੍ਰਾਂਜੈਕਸ਼ਨ ਕੀਤੀਆਂ ਗਈਆਂ। ਜਗਜੀਤ ਪਬਲਿਸ਼ਿੰਗ ਕੰਪਨੀ ਪ੍ਰਾਈਵੇਟ ਲਿਮਟਿਡ ਉਹੀ ਕੰਪਨੀ ਹੈ ਜਿਸ ਦੇ ਨਾਂ ਤੇ ਉੱਚਾ ਦਰ ਬਾਬੇ ਨਾਨਕ ਦਾ ਦੀ 15 ਏਕੜ ਜ਼ਮੀਨ ਹੈ ਅਤੇ ਇਸ ਕੰਪਨੀ ਦੇ ਡਾਇਰੈਕਟਰ ਨੇ ਸਪੋਕਸਮੈਨ ਦੇ ਮਾਲਕ ਜੋਗਿੰਦਰ ਸਿੰਘ, ਉਹਨਾਂ ਦੀ ਪਤਨੀ ਜਗਜੀਤ ਕੌਰ ਅਤੇ ਬੇਟੀ ਨਿਮਰਤ ਕੌਰ। JPCL ਵੱਲੋਂ ਸਪੋਕਸਮੈਨ ਟਰਸਟ ਅਤੇ ਉੱਚਾ ਦਰ ਟਰਸਟ ਨੂੰ ਸ਼ੈਲ ਟਰਸਟ ਬਣਾ ਕੇ ਵਰਤਿਆ ਗਿਆ। ਇਸ਼ਤਿਹਾਰਾਂ ਦੇ ਫਰਜ਼ੀ ਬਿੱਲ ਬਣਾ ਕੇ JPCL ਨੇ ਰੋਜ਼ਾਨਾ ਸਪੋਕਸਮੈਨ ਦੇ ਲਈ ਉੱਚਾ ਦਰ ਟਰਸਟ ਦੇ ਖਾਤਿਆਂ 'ਚੋਂ ਪੈਸੇ ਵਸੂਲੇ। JPCL ਦੇ ਡਾਇਰੈਕਟਰਸ ਨੇ ਕਿਰਾਏ ਸਣੇ ਹੋਰ ਵੱਖੋ-ਵੱਖ ਖਰਚੇ ਟਰਸਟ ਦੇ ਪੈਸਿਆਂ ਨਾਲ ਕੀਤੇ। ਟਰਸਟ ਦੇ ਖਾਤਿਆਂ 'ਚੋਂ ਕੈਸ਼ ਕਢਵਾਉਣ ਤੋਂ ਲੈ ਕੇ ਹੋਰ ਕਈ ਅਜਿਹੇ ਖਰਚੇ ਕੀਤੇ ਗਏ ਜਿਨ੍ਹਾਂ ਦਾ ਟਰਸਟ ਨਾਲ ਕੋਈ ਸੰਬੰਧ ਨਹੀਂ ਸੀ। ਸਾਲ 2015 'ਚ ਸੈਬੀ ਅਤੇ ਸਾਲ 2017 'ਚ SLCC ਦੇ ਵੱਲੋਂ ਇਸ ਸੰਬੰਧੀ ਜਾਂਚ ਵੀ ਸ਼ੁਰੂ ਕੀਤੀ ਗਈ। ਸ਼ੁਰੂਆਤ ਵਿੱਚ ਇਹ ਫਰਜ਼ੀ ਸਕੀਮ ਸਪੋਕਸਮੈਨ ਟਰਸਟ ਦੇ ਨਾਮ ਤੇ ਚਲਾਈ ਗਈ ਸੀ, ਪਰ ਜਦੋਂ ਸੈਬੀ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਤਾਂ ਜੋਗਿੰਦਰ ਸਿੰਘ ਨੇ ਉੱਚਾ ਦਰ ਨਾਮ ਨਾਲ ਨਵਾਂ ਟਰਸਟ ਬਣਾ ਦਿੱਤਾ। ਨਵਾਂ ਟਰਸਟ ਬਣਾਉਣ ਪਿੱਛੇ ਮਕਸਦ ਸਾਰੀਆਂ ਦੇਣਦਾਰੀਆਂ ਨਵੇਂ ਟਰਸਟ ਵਿੱਚ ਪਾਉਣ ਦਾ ਸੀ। ਕੁਝ ਅਜਿਹੇ ਬਜ਼ੁਰਗ ਲੋਕਾਂ ਨੂੰ ਡਮੀ ਟਰਸਟੀ ਬਣਾ ਦਿੱਤਾ ਗਿਆ ਜਿਨ੍ਹਾਂ ਨੂੰ ਇਸ ਠੱਗੀ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ ਅਤੇ ਸਾਰੀਆਂ ਗੈਰ ਕਾਨੂੰਨੀ ਗਤੀਵਿਧੀਆਂ ਵੀ ਨਵੇਂ ਟਰਸਟ ਤਹਿਤ ਕੀਤੀਆਂ ਜਾਣ ਲੱਗੀਆਂ। ਇਸ ਸ਼ਿਕਾਇਤ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਨੇ ਜੋ ਪੁੱਛੇ ਜਾਣੇ ਬੇहद ਜ਼ਰੂਰੀ ਨੇ। ਇਹਨੇ ਸੰਗੀਨ ਇਲਜ਼ਾਮਾਂ ਅਤੇ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਹੁਣ ਤੱਕ ਕਿਉਂ ਨਹੀਂ ਹੋਈ? ਕਿ ਇਸ ਅਦਾਰੇ ਦੇ ਪ੍ਰਭਾਵ ਹੇਠ ਨੇ ਸੂਬਾ ਤੇ ਕੇਂਦਰ ਸਰਕਾਰਾਂ? ਜੇ ਉਸ ਵਕਤ ਦੀ ਸੂਬਾ ਸਰਕਾਰ ਕਰਕੇ ਕਾਰਵਾਈ ਨਹੀਂ ਹੋਈ ਤਾਂ ਕਿ ਮੌਜੂਦਾ ਸਰਕਾਰ ਵੀ ਮੁਲਜ਼ਮਾਂ ਨੂੰ ਬਚਾ ਰਹੀ ਹੈ? ਈਡੀ ਨੂੰ ਵੀ ਕਾਰਵਾਈ ਲਈ ਲਿਖੀ ਚਿੱਠੀ ਤੇ ਹਾਲੇ ਤੱਕ ਈਡੀ ਦੀ ਚੁੱਪੀ ਕਿਉਂ ਹੈ? ਮਨੀ ਲਾਂਡਰਿੰਗ ਤੇ ਧੋਖਾਧੜੀ ਦੇ ਸੰਗੀਨ ਇਲਜ਼ਾਮਾਂ ਦੇ ਬਾਵਜੂਦ ਕੇਂਦਰੀ ਏਜੰਸੀਆਂ ਤੋਂ ਕਿਵੇਂ ਬਚਦਾ ਰਿਹਾ ਇਹ ਟਰਸਟ? ਧੂੰਆਂ ਉਦੋਂ ਹੀ ਉੱਠਦਾ ਹੈ ਜਦੋਂ ਅੱਗ ਲੱਗਦੀ ਹੈ ਅਤੇ ਲਗਾਤਾਰ ਸਾਹਮਣੇ ਆ ਰਹੇ ਪੀੜਤ ਹੋਣ ਜਾਂ ਫਿਰ ਪੁਲਿਸ ਅਤੇ ਈਡੀ ਤੱਕ ਪਹੁੰਚੀ ਇਸ ਫਰਜ਼ੀਵਾੜੇ ਦਾ ਇੱਕ-ਇੱਕ ਚਿੱਠਾ ਖੋਲਦੀ ਇਹ ਸ਼ਿਕਾਇਤ ਸਾਫ਼ ਕਰਦੀ ਹੈ ਕਿ ਦਾਲ ਵਿੱਚ ਬਹੁਤ ਕੁਝ ਕਾਲਾ ਹੈ ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਬਿਊਰੋ ਰਿਪੋਰਟ PTC ਨਿਊਜ਼। ਰੋਜ਼ਾਨਾ ਸਪੋਕਸਮੈਨ ਨੇ ਕਈ ਲੋਕਾਂ ਦੇ ਨਾਲ ਲੱਖਾਂ ਦੀ ਠੱਗੀ ਕੀਤੀ ਤੇ ਬਾਵਜੂਦ ਇਸ ਦੇ ਕਾਰਵਾਈ ਨਹੀਂ ਹੋਈ ਹੈ। ਜਾਂਚ ਏਜੰਸੀ ਆਖਰ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ? ਇਹ ਸਵਾਲ ਇਸ ਲਈ ਵੀ ਵੱਡਾ ਹੈ ਕਿਉਂਕਿ ਠੱਗੀ ਦੀ ਤਸਦੀਕ ਸਰਕਾਰੀ ਅਧਿਕਾਰੀ ਖੁਦ ਵੀ ਕਰ ਰਹੇ ਨੇ। ਜੀ ਹਾਂ, ਬਿਲਕੁਲ ਸਹੀ ਸੁਣਿਆ, ਅਧਿਕਾਰੀ ਖੁਦ ਵੀ ਇਸ ਦੀ ਗੱਲ ਕਰ ਰਹੇ ਨੇ। ਇਲਾਕੇ ਦੇ ਪਟਵਾਰੀ ਨੇ ਖੁਲਾਸਾ ਕੀਤਾ ਕਿ ਰੋਜ਼ਾਨਾ ਸਪੋਕਸਮੈਨ ਦੇ ਅਧਿਕਾਰੀਆਂ ਦਾ ਇਹ ਦਾਅਵਾ ਪੂਰੀ ਤਰ੍ਹਾਂ ਦੇ ਨਾਲ ਬੇਬੁਨਿਆਦ ਹੈ ਕਿ ਟਰਸਟ ਦੇ ਲਈ ਖਰੀਦੀ ਜ਼ਮੀਨ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਹੀ ਨਹੀਂ ਹੈ। ਸੁਣੋ ਪਟਵਾਰੀ ਸਾਹਿਬ ਦੇ ਖੁਲਾਸੇ ਕਿ ਆਖਰ ਕਿਵੇਂ ਜਾਂਚ ਏਜੰਸੀਆਂ ਤੇ ਚੁੱਕੇ ਜਾ ਰਹੇ ਨੇ ਸਵਾਲਾਂ ਨੂੰ ਹੋਰ ਕੀ ਕੁਝ ਗੰਭੀਰ ਬਣਾ ਰਹੇ ਨੇ। ਦਿਖਾਉਂਦੇ ਹਾਂ। ਪਹਿਲਾਂ ਸਰਕਾਰੀ ਦਸਤਾਵੇਜ਼ਾਂ ਨੇ ਖੋਲੀ ਸੀ ਪੋਲ, ਹੁਣ ਸਰਕਾਰੀ ਅਫਸਰ ਨੇ ਲਗਾਈ ਖੁਲਾਸੇ ਤੇ ਮੋਹਰ। 8 ਵਿਗੇ 9 ਵਿਸ਼ਵੇ ਜ਼ਮੀਨ ਦੀਆਂ 8 ਰਜਿਸਟਰੀਆਂ ਤੇ ਹਰ ਰਜਿਸਟਰੀ ਦਾ ਮਾਲਕ ਹੈ ਜੋਗਿੰਦਰ ਸਿੰਘ ਤੇ ਉਹਨਾਂ ਦਾ ਪਰਿਵਾਰ। ਉੱਚਾ ਦਰ ਇੱਕ ਪਬਲਿਕ ਟਰਸਟ ਹੈ ਜਿਸ ਵਿੱਚ ਸਾਡੇ ਪਰਿਵਾਰ ਦਾ ਕੋਈ ਵੀ ਜੀ ਇਸ ਦੇ ਮੈਂਬਰ ਤੱਕ ਵੀ ਨਹੀਂ ਹੈ। ਸਾਡਾ ਰੁਪਏ ਪੈਸੇ ਦਾ ਕੁੱਲ ਦਾ ਖਰਚਾ ਵਿੱਚ ਤੇ ਹੋਰ ਕਈ ਰੂਪਾਂ ਵਿੱਚ ਇਸ ਦੀ ਕਮਾਈ ਵਿੱਚ ਯੋਗਦਾਨ ਜ਼ਰੂਰ ਹੈ, ਪਰ ਉਹ ਬਾਬੇ ਨਾਨਕ ਪ੍ਰਤੀ ਸਾਡੀ ਸ਼ਰਧਾ ਕਾਰਨ ਹੈ, ਕੋਈ ਆਰਥਿਕ ਜਾਂ ਵਪਾਰਕ ਸਾਂਝ ਨਹੀਂ ਹੈ। ਇਹ ਕੋਈ ਮੈਸਰ JPC ਪ੍ਰਾਈਵੇਟ ਲਿਮਟਿਡ ਕੰਪਨੀ ਹੈ, ਉਹਨਾਂ ਦੇ ਨਾਮ ਤੇ ਹੈ। ਜੀ ਹਾਂ, ਰੋਜ਼ਾਨਾ ਸਪੋਕਸਮੈਨ ਦੀ ਪੈਰੈਂਟ ਕੰਪਨੀ JPC ਯਾਨੀ ਕਿ ਜਗਜੀਤ ਪਬਲਿਸ਼ਿੰਗ ਕੰਪਨੀ ਹੀ ਉਸ ਜ਼ਮੀਨ ਦੀ ਮਾਲਕ ਹੈ ਜਿਸ ਤੇ ਉੱਚਾ ਦਰ ਬਾਬੇ ਨਾਨਕ ਦਾ ਦੀ ਅੱਧੀ ਅਧੂਰੀ ਇਮਾਰਤ ਉਸਾਰੀ ਗਈ ਹੈ। ਤੇ PTC ਨਿਊਜ਼ ਦੀ ਪੜਤਾਲ 'ਚ ਹੈਰਾਨ ਕਰਨ ਵਾਲੇ ਜੋ ਤੱਥ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਹੁਣ ਵਿਸਥਾਰ ਨਾਲ ਦੱਸਦੇ ਹਾਂ। ਇਸ 8 ਵਿਗੇ 9 ਵਿਸ਼ਵੇ ਜ਼ਮੀਨ ਦੀਆਂ 8 ਰਜਿਸਟਰੀਆਂ ਕਰਵਾਈਆਂ ਗਈਆਂ ਨੇ। ਇਹ ਸਾਰੀਆਂ ਰਜਿਸਟਰੀਆਂ ਜਗਜੀਤ ਪਬਲਿਸ਼ਿੰਗ ਕੰਪਨੀ ਦੇ ਨਾਮ ਤੇ ਨੇ। ਇਹ ਰਜਿਸਟਰੀਆਂ
ਸਾਲ 2011 ਚ ਕਰਵਾਈਆਂ ਗਈਆਂ ਨੇ, ਜਦ ਕਿ ਟਰਸਟ ਦੇ ਲਈ ਜ਼ਮੀਨ ਦੀ ਖਰੀਦ ਸਾਲ 2007 ਚ ਕੀਤੀ ਗਈ, ਜਿਸ ਤੋਂ ਬਾਅਦ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਹਿਲਾਂ ਜ਼ਮੀਨ ਟਰਸਟ ਦੇ ਨਾਮ ਤੇ ਲਈ ਗਈ ਅਤੇ ਬਾਅਦ ਚ ਚੁੱਪ-ਚੁਪੀਤੇ ਰਜਿਸਟਰੀਆਂ JPC ਦੇ ਨਾਮ ਤੇ ਕਰਵਾਈਆਂ ਗਈਆਂ। ਤਕਰੀਬਨ 16-17 ਸਾਲ ਪਹਿਲਾਂ ਸਪੋਕਸਮੈਨ ਟਰਸਟ ਵੱਲੋਂ ਜਦੋਂ ਇਸ ਇਮਾਰਤ ਨੂੰ ਬਣਾਏ ਜਾਣ ਦੇ ਲਈ ਇਸ਼ਤਿਹਾਰਾਂ ਦਾ ਸਹਾਰਾ ਲੈ ਕੇ ਸਿੱਖ ਸੰਗਤ ਤੋਂ ਚੰਦਾ ਦੇਣ ਦੀ ਮੰਗ ਕੀਤੀ ਗਈ ਸੀ, ਉਦੋਂ ਦਾਅਵਾ ਕੀਤਾ ਗਿਆ ਸੀ ਕਿ ਲੱਖਾਂ ਰੁਪਏ ਦੇ ਕੇ ਉੱਚਾ ਦਰ ਬਾਬੇ ਨਾਨਕ ਦਾ ਟਰਸਟ ਦੇ ਮੈਂਬਰ ਬਣਨ ਵਾਲੇ ਲੋਕ ਹੀ ਇਸ ਦੇ ਮਾਲਕ ਹੋਣਗੇ, ਪਰ ਅਸਲੀਅਤ ਤਾਂ ਕੁਝ ਹੋਰ ਹੀ ਹੈ। ਇਹ ਸਰ ਪਿੰਡ ਬਪਰੌਰ ਚ ਪੈਂਦੀ ਹੈ ਜ਼ਮੀਨ। ਇਹ ਕੋਈ ਮੈਸਰ JPC ਪ੍ਰਾਈਵੇਟ ਲਿਮਟਿਡ ਕੰਪਨੀ ਆ, ਉਹਨਾਂ ਦੇ ਨਾਮ ਤੇ ਆ। ਤਕਰੀਬਨ 8 ਵਿਗੇ 9 ਬਿਸਵੇ ਜ਼ਮੀਨ ਹੈ। 8 ਕੁ ਰਜਿਸਟਰੀਆਂ ਹੋਈਆਂ ਨੇ 2011 ਦੇ ਵਿੱਚ। ਇੱਕ ਹੋਰ ਵੱਡਾ ਖੁਲਾਸਾ ਜੋ PTC ਨਿਊਜ਼ ਦੀ ਪੜਤਾਲ 'ਚ ਸਾਹਮਣੇ ਆਇਆ ਉਹ ਇਹ ਹੈ ਕਿ ਸਿੱਖ ਸੰਗਤ ਨੂੰ ਧੋਖੇ 'ਚ ਰੱਖ ਕੇ ਨਾ ਸਿਰਫ ਜੋਗਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਇਹ ਜ਼ਮੀਨ ਆਪਣੇ ਨਾਮ ਤੇ ਖਰੀਦੀ, ਸਗੋਂ ਇਸ ਜ਼ਮੀਨ ਤੇ ਤਕਰੀਬਨ 5 ਕਰੋੜ ਰੁਪਏ ਦਾ ਲੋਨ ਵੀ ਹਾਸਲ ਕੀਤਾ। ਇਹਦੇ ਤੇ ਇਹ ਰਕਬੇ ਦੇ ਉੱਤੇ 4.75 ਕਰੋੜ ਦਾ ਲੋਨ ਵੀ ਚੱਲ ਰਿਹਾ ਜੀ ਸਟੇਟ ਬੈਂਕ ਆਫ ਇੰਡੀਆ। ਇਹ ਬ੍ਰਾਂਚ ਕਿੱਥੇ ਦੀ? ਚੰਡੀਗੜ੍ਹ ਦੀ। ਇਹ ਬ੍ਰਾਂਚ ਹੈਗੀ ਹੈ ਜੀ ਸੈਕਟਰ 8C ਚੰਡੀਗੜ੍ਹ, ਜੋ ਸਾਡੇ ਰਿਕਾਰਡ ਦੇ ਮੁਤਾਬਕ। ਜਦੋਂ ਜ਼ਮੀਨ ਤੇ ਕਰੋੜਾਂ ਰੁਪਇਆਂ ਦਾ ਲੋਨ ਲਿਆ ਹੋਇਆ ਤਾਂ ਫਿਰ ਰੋਜ਼ਾਨਾ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਦਾ ਇਹ ਕਹਿਣਾ ਕਿ ਸਾਡੇ ਪਰਿਵਾਰ ਦਾ ਉੱਚਾ ਦਰ ਬਾਬੇ ਨਾਨਕ ਦਾ ਟਰਸਟ ਦੇ ਨਾਲ ਕੋਈ ਆਰਥਿਕ ਜਾਂ ਵਪਾਰਕ ਸਾਂਝ ਨਹੀਂ ਹੈ, ਇਹ ਝੂਠ ਨਹੀਂ ਤਾਂ ਹੋਰ ਕੀ ਹੈ। ਜ਼ਾਹਰ ਹੈ ਜਿਵੇਂ ਸਪੋਕਸਮੈਨ ਵੱਲੋਂ ਇਹਨਾਂ ਇਸ਼ਤਿਹਾਰਾਂ ਦੇ ਜ਼ਰੀਏ ਪਹਿਲਾਂ ਸਿੱਖ ਸੰਗਤ ਨੂੰ ਮੂਰਖ ਬਣਾਇਆ ਗਿਆ, ਉਸੇ ਤਰ੍ਹਾਂ ਹੁਣ ਮੁੜ ਤੋਂ ਝੂਠ ਦੇ ਸਹਾਰੇ ਤੇ ਹੀ ਇਹ ਜ਼ਮੀਨ ਤੇ ਅੱਧੀ ਅਧੂਰੀ ਜਿਹੀ ਇਮਾਰਤ ਵੀ ਉਸਾਰ ਦਿੱਤੀ ਗਈ ਹੈ। ਪਰ ਉਹ ਲੋਕ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਨਾਲ ਆਪਣੀ ਕਮਾਈ ਇਸ ਟਰਸਟ ਨੂੰ ਸੌਂਪੀ, ਉਹਨਾਂ ਨੂੰ ਮਿਲਿਆ ਸਿਰਫ ਔਰ ਸਿਰਫ ਵਿਸ਼ਵਾਸਘਾਤ। ਬਿਊਰੋ ਰਿਪੋਰਟ PTC ਨਿਊਜ਼। ਇੰਨਾ ਹੀ ਨਹੀਂ ਹੈ, ਰੋਜ਼ਾਨਾ ਸਪੋਕਸਮੈਨ ਅਦਾਰੇ ਦੇ ਇੱਕ ਹੋਰ ਝੂਠ ਦਾ ਪਰਦਾਫਾਸ਼ ਕੀਤਾ ਹੈ ਸਰਕਾਰੀ ਫਰਦ ਨੇ। ਜੀ ਹਾਂ, ਜਿਸ ਤੇ ਟਰਸਟ ਦੀ ਜ਼ਮੀਨ ਦੀ ਅਸਲੀ ਮਲਕੀਅਤ ਤੇ ਰਾਜ਼ ਕਈ ਖੋਲ ਕੇ ਰੱਖ ਦਿੱਤੇ ਨੇ, ਜਿਸ ਨੇ ਸਾਫ਼ ਕਰ ਦਿੱਤਾ ਹੈ ਕਿ ਆਖਰ ਰੋਜ਼ਾਨਾ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਵੱਲੋਂ ਜ਼ਮੀਨ ਦੇ ਨਾਲ ਕੋਈ ਸੰਬੰਧ ਨਾ ਹੋਣ ਦਾ ਵੱਡਾ ਝੂਠ ਬੋਲਿਆ ਗਿਆ ਸੀ। ਦਿਖਾਉਂਦੇ ਹਾਂ। ਉੱਚਾ ਦਰ ਬਾਬੇ ਨਾਨਕ ਦਾ ਨੂੰ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ। ਅਦਾਰਾ ਰੋਜ਼ਾਨਾ ਸਪੋਕਸਮੈਨ ਦੇ ਦਾਅਵੇ ਹੋਏ ਝੂਠੇ ਸਾਬਤ। ਪੀੜਤ ਲਾਭ ਸਿੰਘ ਵੱਲੋਂ ਲਗਾਏ ਗਏ ਇਲਜ਼ਾਮ ਤੇ ਲੱਗੀ ਮੋਹਰ। ਵਾਇਰਲ ਹੋਈ ਖਬਰ ਨਿਕਲੀ ਸੱਚ। ਉਹ ਜਗ੍ਹਾ ਕਿਹਦੇ ਨਾਮ ਆ ਜੀ? ਉਹ ਸੰਭੂ ਵਾਲੀ ਜਿਹੜੀ ਜਗ੍ਹਾ ਜਗਜੀਤ ਐਂਡ ਕੰਪਨੀ ਦੇ ਨਾਮ ਆ ਜੀ। ਜਗਜੀਤ, ਉਹ ਕਿਹਦੀ ਹੈ ਜਗਜੀਤ ਐਂਡ ਕੰਪਨੀ ਜੀ? ਇਹ ਜਗਜੀਤ ਦੀ ਹੋਈ ਬਣੀ ਹੋਈ ਆ ਜੀ। ਇਹਦੀ ਮੈਡਮ ਦਾ ਨਾਮ ਜਗਜੀਤ ਹੈ ਨਾ। ਅੱਛਾ ਜੀ। ਤੁਸੀਂ ਉੱਥੋਂ ਦੇ ਪਟਵਾਰੀ ਕੋਲ ਵੀ ਦੱਸ ਰਹੇ ਸੀਗੇ ਵੀ ਜਾ ਕੇ? ਪਟਵਾਰੀ ਕੋਲ ਜਾ ਕੇ ਖੁਦ ਰਿਕਾਰਡ ਲੈ ਕੇ ਆਇਆ। ਉਹ ਤਾਂ ਉਹਦੇ ਤੇ 5 ਕਰੋੜ ਦੇ ਰੁਪਈਆ ਵੀ ਲਿਆ ਹੋਇਆ। ਤਾਂ ਸੁਣਿਆ ਤੁਸੀਂ ਬਰਨਾਲਾ ਦੇ ਰਹਿਣ ਵਾਲੇ 92 ਸਾਲਾ ਲਾਭ ਸਿੰਘ ਦਾ ਦਾਵਾ ਕਿ ਜਿਸ 15 ਏਕੜ ਜ਼ਮੀਨ ਤੇ ਉੱਚਾ ਦਰ ਬਾਬੇ ਨਾਨਕ ਦਾ ਦੀ ਅੱਧੀ ਅਧੂਰੀ ਇਮਾਰਤ ਖੜੀ ਹੈ, ਉਹ ਜ਼ਮੀਨ ਉੱਚਾ ਦਰ ਬਾਬੇ ਨਾਨਕ ਦਾ ਟਰਸਟ ਦੀ ਨਹੀਂ, ਸਗੋਂ ਰੋਜ਼ਾਨਾ ਸਪੋਕਸਮੈਨ ਦੇ ਮਾਲਕ ਜੋਗਿੰਦਰ ਸਿੰਘ ਦੀ ਪਤਨੀ ਜਗਜੀਤ ਕੌਰ ਦੇ ਨਾਮ ਤੇ। ਲਾਭ ਸਿੰਘ ਵੱਲੋਂ ਕੀਤੇ ਗਏ ਇਸ ਦਾਅਵੇ ਨੂੰ ਸੋਸ਼ਲ ਮੀਡੀਆ ਤੇ ਗਲਤ ਕਰਾਰ ਦਿੱਤਾ ਗਿਆ, ਉਹ ਵੀ ਖੁਦ ਜੋਗਿੰਦਰ ਸਿੰਘ ਦੀ ਬੇਟੀ ਨਿਮਰਤ ਕੌਰ ਵੱਲੋਂ। ਕੀ ਕਹਿਣਾ ਸੀ ਨਿਮਰਤ ਕੌਰ ਦਾ, ਪਹਿਲਾਂ ਤੁਹਾਨੂੰ ਉਹ ਸੁਣਾਉਂਦੇ ਹਾਂ। ਉੱਚਾ ਦਰ ਇੱਕ ਪਬਲਿਕ ਟਰਸਟ ਹੈ ਜਿਸ ਵਿੱਚ ਸਾਡੇ ਪਰਿਵਾਰ ਦਾ ਕੋਈ ਵੀ ਜੀ ਇਸ ਦੇ ਮੈਂਬਰ ਤੱਕ ਵੀ ਨਹੀਂ ਹੈ। ਸਾਡਾ ਰੁਪਏ ਪੈਸੇ ਦਾ ਕੁੱਲ ਦਾ ਖਰਚਾ ਵਿੱਚ ਤੇ ਹੋਰ ਕਈ ਰੂਪਾਂ ਵਿੱਚ ਇਸ ਦੀ ਕਮਾਈ ਵਿੱਚ ਯੋਗਦਾਨ ਜ਼ਰੂਰ ਹੈ, ਪਰ ਉਹ ਬਾਬੇ ਨਾਨਕ ਪ੍ਰਤੀ ਸਾਡੀ ਸ਼ਰਧਾ ਕਾਰਨ ਹੈ। ਕੋਈ ਆਰਥਿਕ ਜਾਂ ਵਪਾਰਕ ਸਾਂਝ ਨਹੀਂ ਹੈ। ਉਹ ਸਾਡੇ ਕਹਿਣ ਤੇ
ਅਖਬਾਰ ਦੀ ਮਦਦ ਨਾਲ ਪਾਠਕਾਂ ਨੇ ਪੈਸੇ ਪਾ ਕੇ ਉਸਾਰਿਆ ਹੈ। ਇਸ ਲਈ ਉਸ ਦੀ ਕਾਮਯਾਬੀ ਵਿੱਚ ਦਿਲੋਂ ਮਨੋਂ ਦਿਲਚਸਪੀ ਰੱਖਦੇ ਹਨ, ਪਰ ਇਸ ਤੋਂ ਵੱਧ ਸਾਡਾ ਕੋਈ ਰਿਸ਼ਤਾ ਨਹੀਂ। ਨਿਮਰਤ ਕੌਰ, ਜੋ ਖੁਦ ਵੀ ਰੋਜ਼ਾਨਾ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਹੈ, ਉਸ ਦਾ ਕਹਿਣਾ ਹੈ ਕਿ ਆਰਥਿਕ ਜਾਂ ਵਪਾਰਕ ਤੌਰ ਤੇ ਉਹਨਾਂ ਦੇ ਪਰਿਵਾਰ ਦਾ ਉੱਚਾ ਦਰ ਬਾਬੇ ਨਾਨਕ ਦਾ ਟਰਸਟ ਦੇ ਨਾਲ ਕੋਈ ਸੰਬੰਧ ਨਹੀਂ। ਜਦਕਿ ਸੋਸ਼ਲ ਮੀਡੀਆ ਤੇ ਇੱਕ ਫਰਦ ਵਾਇਰਲ ਕੀਤੀ ਜਾ ਰਹੀ ਸੀ, ਜਿਸ ਮੁਤਾਬਕ ਉੱਚਾ ਦਰ ਬਾਬੇ ਨਾਨਕ ਦਾ ਦੀ ਸਾਰੀ ਜ਼ਮੀਨ ਜੋਗਿੰਦਰ ਸਿੰਘ ਦੀ ਕੰਪਨੀ ਦੇ ਨਾਲ। ਪੀਟੀਸੀ ਨਿਊਜ਼ ਨੇ ਜਦ ਕੋਕ ਕੀਤੀ ਤਾਂ ਪਤਾ ਚੱਲਿਆ ਕਿ ਸਪੋਕਸਮੈਨ ਦਾ ਦਾਵਾ ਸਰਾਸਰ ਝੂਠਾ ਹੈ, ਕਿਉਂਕਿ ਸੰਗਤ ਤੋਂ ਪੈਸੇ ਜਮ੍ਹਾਂ ਕਰਕੇ ਖਰੀਦੀ ਗਈ ਸ਼ੰਭੂ ਦੇ ਵਿੱਚ ਸਥਿਤ ਇਹ 15 ਏਕੜ ਜ਼ਮੀਨ JPC ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਤੇ ਹੈ ਅਤੇ ਇਸ ਕੰਪਨੀ ਦੇ ਸਿਰਫ 3 ਲੋਕ ਡਾਇਰੈਕਟਰ ਹਨ। ਜੋਗਿੰਦਰ ਸਿੰਘ, ਉਹਨਾਂ ਦੀ ਪਤਨੀ ਜਗਜੀਤ ਕੌਰ ਅਤੇ ਉਹਨਾਂ ਦੀ ਬੇਟੀ ਨਿਮਰਤ ਕੌਰ। ਇੱਕ ਪਾਸੇ ਨਿਮਰਤ ਕੌਰ ਦਾ ਦਾਵਾ ਗਲਤ ਸਾਬਤ ਹੋਇਆ ਹੈ ਤਾਂ ਦੂਜੇ ਪਾਸੇ ਉੱਚਾ ਦਰ ਬਾਬੇ ਨਾਨਕ ਦਾ ਬਣਾਉਣ ਵੇਲੇ ਸੰਗਤ ਨਾਲ ਕੀਤਾ ਉਹ ਵਾਅਦਾ ਵੀ ਝੂਠਾ ਸਾਬਤ ਹੋਇਆ, ਜਿਸ 'ਚ ਕਿਹਾ ਗਿਆ ਸੀ ਕਿ ਉੱਚਾ ਦਰ ਬਾਬੇ ਨਾਨਕ ਦਾ ਟਰਸਟ ਦੇ ਮੈਂਬਰ ਹੀ ਇਸ ਦੇ ਮਾਲਕ ਹੋਣਗੇ, ਜਦਕਿ ਜੋਗਿੰਦਰ ਸਿੰਘ ਦਾ ਪੂਰਾ ਪਰਿਵਾਰ ਹੀ ਇਸ ਜ਼ਮੀਨ ਦਾ ਮਾਲਕ ਹੈ। ਜਦਕਿ ਉਹ ਲੋਕ ਜਿਨ੍ਹਾਂ ਨੇ ਕਈ ਲੱਖ ਰੁਪਏ ਲਗਾ ਕੇ ਸਰਪ੍ਰਸਤ ਮੈਂਬਰਸ਼ਿਪ ਹਾਸਲ ਕੀਤੀ, ਉਹਨਾਂ ਦੇ ਹੱਥਾਂ 'ਚ ਮਹਿਜ਼ ਕਾਗਜ਼ ਹੀ ਬਚੇ ਨੇ ਤੇ ਜਿਨ੍ਹਾਂ ਲੋਕਾਂ ਨੇ ਪੈਸੇ ਦੁੱਗਣੇ ਕਰਨ ਦੇ ਮਕਸਦ ਦੇ ਨਾਲ ਸਪੋਕਸਮੈਨ ਟਰਸਟ ਤੇ ਭਰੋਸਾ ਕੀਤਾ ਸੀ, ਉਹ ਵੀ ਖੁਦ ਨੂੰ ਠੱਗਿਆ ਅਤੇ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਨੇ। ਬਿਊਰੋ ਰਿਪੋਰਟ, PTC ਨਿਊਜ਼। ਰੋਜ਼ਾਨਾ ਸਪੋਕਸਮੈਨ ਵੱਲੋਂ ਬੋਲੇ ਗਏ ਇੱਕ ਤੋਂ ਬਾਅਦ ਇੱਕ ਝੂਠਾਂ ਦਾ ਪਰਦਾਫਾਸ਼ ਹੋਇਆ ਹੈ। ਬਾਬੇ ਨਾਨਕ ਦੇ ਨਾਂ ਉੱਤੇ ਹੋਈ ਠੱਗੀ ਦੇ ਵਿੱਚ ਅਹਿਮ ਖੁਲਾਸਾ ਉਦੋਂ ਹੋਇਆ ਜਦੋਂ ਉੱਚਾ ਦਰ ਬਾਬੇ ਨਾਨਕ ਦਾ ਦੇ ਮੁੱਖ ਸਰਪ੍ਰਸਤ ਰਹੇ ਲਾਭ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਤੇ ਗੰਭੀਰ ਇਲਜ਼ਾਮ ਲਗਾਏ ਨੇ। ਦੱਸਿਆ ਕਿ ਆਖਰ ਕਿਵੇਂ ਬਾਬੇ ਨਾਨਕ ਦੇ ਨਾਂ ਉੱਤੇ ਉਹਨਾਂ ਦੇ ਨਾਲ 20 ਲੱਖ ਰੁਪਏ ਦੀ ਠੱਗੀ ਹੋਈ ਹੈ, ਜਿਹੜੇ ਪੈਸੇ ਜਮ੍ਹਾਂ ਕਰਵਾਉਣ ਵੇਲੇ ਅਖਬਾਰਾਂ ਦੇ ਵਿੱਚ ਮੇਰੀਆਂ ਫੋਟੋਆਂ ਛਾਪਦੇ ਸਨ। ਅੱਜ ਪੈਸੇ ਮੰਗਣ ਉੱਤੇ ਹੁਣ ਗੱਲ ਵੀ ਨਹੀਂ ਕਰਦੇ ਨੇ, ਜਿਸ ਦੇ ਬਕਾਇਦਾ ਉਹਨਾਂ ਸਬੂਤ ਵੀ ਪੇਸ਼ ਕੀਤੇ ਨੇ। ਦਿਖਾਉਂਦੇ ਹਾਂ। ਅਦਾਰਾ ਸਪੋਕਸਮੈਨ ਦੇ ਵੱਲੋਂ ਠੱਗੇ ਗਏ ਲੋਕਾਂ ਦੀ ਫਹਿਰਿਸਤ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ। ਬਾਬੇ ਦਾ ਉੱਚਾ ਦਰ ਬਣਾਉਣ ਦਾ ਝਾਂਸਾ ਦੇ ਕੇ ਜਿਨ੍ਹਾਂ ਲੋਕਾਂ ਨੂੰ ਰੋਜ਼ਾਨਾ ਸਪੋਕਸਮੈਨ ਦੇ ਵੱਲੋਂ ਠੱਗਿਆ ਗਿਆ, ਉਹ ਲਗਾਤਾਰ ਅੱਗੇ ਆ ਰਹੇ ਨੇ ਤੇ ਹੁਣ ਤਾਂ ਉਹ ਲੋਕ ਵੀ ਅੱਗੇ ਆਉਣਾ ਸ਼ੁਰੂ ਹੋ ਗਏ ਨੇ ਜੋ ਖੁਦ ਇਸ ਟਰਸਟ ਦੇ ਮੁੱਖ ਸਰਪ੍ਰਸਤ ਨੇ। ਜੀ ਹਾਂ, ਲਓ ਮਿਲੋ ਬਰਨਾਲਾ ਦੇ 92 ਸਾਲਾ ਸਰਦਾਰ ਲਾਭ ਸਿੰਘ ਹੋਰਾਂ ਨੂੰ, ਜੋ ਆਖਦੇ ਨੇ ਕਿ ਉਹਨਾਂ ਨੇ ਉੱਚਾ ਦਰ ਬਾਬੇ ਨਾਨਕ ਦੇ ਲਈ ਸਪੋਕਸਮੈਨ ਟਰਸਟ ਨੂੰ ਤਕਰੀਬਨ 20 ਲੱਖ ਰੁਪਏ ਦਿੱਤੇ। ਇਸ ਦਾਨ ਦੇ ਲਈ ਬਕਾਇਦਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਮੁੱਖ ਸਰਪ੍ਰਸਤ ਬਣਾਇਆ ਗਿਆ। ਕਈ ਵਾਰ ਰੋਜ਼ਾਨਾ ਸਪੋਕਸਮੈਨ ਅਖਬਾਰ 'ਚ ਇਹਨਾਂ ਦੀਆਂ ਤਸਵੀਰਾਂ ਵੀ ਛਾਪੀਆਂ ਗਈਆਂ, ਜਿਨ੍ਹਾਂ ਦਾ ਹੁਣ ਕਹਿਣਾ ਹੈ ਕਿ ਉਹਨਾਂ ਨਾਲ ਬਾਬੇ ਨਾਨਕ ਦੇ ਨਾਮ ਤੇ ਵੱਡੀ ਠੱਗੀ ਮਾਰੀ ਗਈ ਹੈ। ਉਹਨਾਂ ਦੇ ਪੈਸਿਆਂ ਨਾਲ ਸ਼ੰਭੂ ਨੇੜੇ ਉੱਚਾ ਦਰ ਬਾਬੇ ਨਾਨਕ ਦੇ ਲਈ 15 ਏਕੜ ਜ਼ਮੀਨ ਦੀ ਵੀ ਖਰੀਦ ਕੀਤੀ ਗਈ, ਪਰ ਖਰੀਦੀ ਕਿਸ ਦੇ ਨਾਮ ਤੇ ਗਈ? ਸਪੋਕਸਮੈਨ ਦੇ ਮਾਲਕ ਜੋਗਿੰਦਰ ਸਿੰਘ ਦੀ ਪਤਨੀ ਜਗਜੀਤ ਕੌਰ ਦੇ ਨਾਮ ਤੇ। ਇੱਥੋਂ ਤੱਕ ਕਿ ਜ਼ਮੀਨ ਤੇ 5 ਕਰੋੜ ਰੁਪਏ ਦਾ ਇਹਨਾਂ ਠੱਗਾਂ ਵੱਲੋਂ ਲੋਨ ਤੱਕ ਹਾਸਲ ਕੀਤਾ ਗਿਆ। ਇਹ ਉਹਨਾਂ ਨੇ ਮੈਨੂੰ ਜਿਹੜੀ ਦਿੱਤਾ ਵੀ ਬਈ ਤੁਸੀਂ ਇਹਦੇ ਮਾਲਕ ਹੋ ਜੀ, ਇਹਦੇ ਵਿੱਚ ਲਿਖਿਆ ਹੋਇਆ ਹੈ ਵੀ ਮਾਲਕ ਤੁਸੀਂ ਹੋ। ਪਰ ਜਦੋਂ ਅਸੀਂ ਪਟਵਾਰੀ ਕੋਲ ਜਾ ਕੇ ਦੇਖਿਆ, ਉਹ ਜਿਹੜੀ ਜ਼ਮੀਨ ਸੀ ਸਾਰੀ ਉਹ ਜਗਜੀਤ ਦੇ ਨਾਂ ਹੈ ਜੀ। ਇਹ ਕਿਹਦੀ ਗੱਲ ਕਰ ਰਹੇ ਹੋ ਤੁਸੀਂ? ਉਸ ਉੱਚਾ ਦਰ ਬਾਬੇ ਨਾਨਕ ਦੀ। ਇਹ ਜਿੰਨਾ ਇਨਵੈਸਟਮੈਂਟ ਕਰੀ ਆ ਤੁਸੀਂ ਬਾਬੇ ਨਾਨਕ ਦੇ ਨਾਮ ਤੇ? ਬਾਬੇ ਨਾਨਕ ਦੇ ਨਾਂ ਤੇ ਕੀਤੀ ਹੈ ਜੀ। ਕਮ ਸੇ ਕਮ ਮੈਂ ਤਕਰੀਬਨ 15 ਲੱਖ ਰੁਪਈਆ 20 ਲੱਖ ਰੁਪਈਆ ਦੇ ਚੁੱਕਿਆ ਜੀ। ਸਿਰਫ ਇਸੇ ਕਰਕੇ ਵੀ ਗੁਰੂ ਨਾਨਕ ਦੇਵ ਜੀ ਦਾ ਅਸਲ ਜੋ ਮਿਸ਼ਨ ਹੈ, ਇਹ ਕਹਿੰਦੇ ਸੀ ਅਸੀਂ ਉਸ ਨੂੰ ਲਾਗੂ ਕਰਾਂਗੇ, ਪਰ ਅਫਸੋਸ ਇਸ ਗੱਲ ਦਾ ਵੀ ਇਹਨਾਂ ਨੇ ਉਸ ਮਿਸ਼ਨ ਨੂੰ ਲਾਗੂ ਨਹੀਂ ਕੀਤਾ। ਜਿਨ੍ਹਾਂ ਨੇ ਵੀ ਉਹਨਾਂ ਤੋਂ ਪੈਸੇ ਮੰਗੇ ਨੇ ਚੱਕਰ 'ਚ ਹੀ ਰੱਖਿਆ।
ਹਾਂ ਦੇ ਦਿਆਂਗੇ ਉਹ ਕਹੀ ਜਾਂਦੇ ਨੇ, ਦਿੰਦੇ ਹੈ ਨਹੀਂ। ਲਾਭ ਸਿੰਘ ਮੁਤਾਬਕ ਉਹਨਾਂ ਵੱਲੋਂ ਅਦਾਰਾ ਸਪੋਕਸਮੈਨ ਨੂੰ ਦਿੱਤੇ ਗਏ ਕੱਲੇ ਪੈਸੇ ਦਾ ਹਿਸਾਬ ਹੈ। ਹਰ ਇੱਕ ਦਸਤਾਵੇਜ਼ ਮੌਜੂਦ ਹੈ। ਨਾਲ ਹੀ ਲਾਭ ਸਿੰਘ ਦਾ ਕਹਿਣਾ ਹੈ ਕਿ ਰੋਜ਼ਾਨਾ ਸਪੋਕਸਮੈਨ ਨੇ ਬਾਬੇ ਨਾਨਕ ਦੇ ਨਾਮ ਤੇ ਬਹੁਤ ਹੀ ਵੱਡੀ ਠੱਗੀ ਮਾਰੀ ਹੈ। ਐਸੇ ਠੱਗੀ ਦਾ ਸ਼ਿਕਾਰ ਹੋਣ ਕਾਰਨ ਹੁਣ 92 ਸਾਲਾ ਲਾਭ ਸਿੰਘ, ਜੋ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਅ ਚੋਂ ਲੰਘ ਰਹੇ ਨੇ, ਉਹਨਾਂ ਨੂੰ ਆਪਣੇ ਹੀ ਪੈਸੇ ਵਾਪਸ ਲੈਣ ਦੇ ਲਈ ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਇੱਥੋਂ ਤੱਕ ਕਿ ਉਹਨਾਂ ਦਾ ਇੱਕ ਸਾਥੀ, ਜਿਸ ਨੇ ਉੱਚਾ ਦਰ ਬਾਬੇ ਨਾਨਕ ਦੇ ਲਈ ਤਕਰੀਬਨ 20 ਲੱਖ ਰੁਪਏ ਦਿੱਤੇ ਸੀ, ਉਹ ਤਾਂ ਆਪਣੇ ਪੈਸਿਆਂ ਦੀ ਉਡੀਕ ਕਰਦਾ ਇਸ ਸੰਸਾਰ ਨੂੰ ਹੀ ਅਲਵਿਦਾ ਆਖ ਗਿਆ। ਲਾਭ ਸਿੰਘ ਨੇ ਜੋਗਿੰਦਰ ਸਿੰਘ ਤੇ ਉਸ ਦੇ ਪਰਿਵਾਰ ਤੇ ਇਲਜ਼ਾਮ ਲਗਾਇਆ ਕਿ ਪਹਿਲਾਂ ਤਾਂ ਸਪੋਕਸਮੈਨ ਵਾਲੇ ਚੰਗੀ ਤਰ੍ਹਾਂ ਗੱਲ ਕਰਦੇ ਸੀ, ਪਰ ਜਦ ਤੋਂ ਉਹਨਾਂ ਨੇ ਆਪਣੇ ਪੈਸੇ ਵਾਪਸ ਮੰਗੇ, ਉਦੋਂ ਤੋਂ ਉਹਨਾਂ ਦਾ ਵਤੀਰਾ ਹੀ ਬਦਲ ਗਿਆ। ਪੈਸੇ ਤਾਂ ਬਾਬੇ ਨਾਨਕ ਦੇ ਨਾਮ ਤੇ ਮੰਗੇ ਸੀ, ਪਰ ਉਸਾਰੀ ਗਈ ਇਮਾਰਤ 'ਚ ਕਿਧਰੇ ਵੀ ਬਾਬੇ ਨਾਨਕ ਦਾ ਫਲਸਫਾ ਨਜ਼ਰ ਨਹੀਂ ਆਉਂਦਾ। ਕਿਉਂ ਮੈਂ ਹੁਣ ਮਸਲਾ ਉਹਨਾਂ ਬੱਚਿਆਂ ਨੂੰ ਜਿਹੜਿਆਂ ਨੂੰ ਮੈਂ ਹਰ ਸਾਲ ਪੈਸੇ ਦੇ ਕੇ ਆਉਣਾ ਹੈ, ਉਹਨਾਂ ਨੂੰ ਮੈਂ ਪੈਸੇ ਦੇਣੇ ਸੀ। ਇਸ ਦਫਾ ਕੁਝ ਪੂਸਿਆਂ ਦਾ ਥੋੜ੍ਹਾ ਜਿਹਾ ਘਾਟਾ ਸੀ। ਮੈਂ ਇਹਨਾਂ ਨੂੰ ਆਖਿਆ ਸੀ ਵੀ ਮੈਨੂੰ ਮੇਰੇ ਪੈਸੇ ਦੇ ਦਿਓ, ਮੈਂ ਉਹਨਾਂ ਬੱਚਿਆਂ ਨੂੰ ਦੇ ਕੇ ਆਉਣੇ ਨੇ, ਪਰ ਇਹਨਾਂ ਨੇ ਦਿੱਤੇ ਨਹੀਂ। ਹਾਂ, ਉੱਚਾ ਦਰ ਬਾਬੇ ਨਾਨਕ ਤੇ ਹੀ ਪੈਸੇ ਮੰਗਦੇ ਰਹੇ ਨੇ, ਪਰ ਬਾਬੇ ਨਾਨਕ ਦਾ ਨਾਂ ਉੱਥੇ ਕਿਤੇ ਨਹੀਂ ਕਾਗਜ਼ਾਂ 'ਚ। ਜਿੰਨੇ ਪੈਸੇ ਮੈਂ ਉੱਧਰ ਲਾਏ ਨੇ ਉਹ ਮੇਰੇ ਬੱਚਿਆਂ ਕੋਲ ਤਾਂ ਬਹੁਤ ਹੈ ਜੀ। ਮੈਂ ਉਹ ਸਕੂਲ ਦੇ ਨਾਂ ਲਾਉਣਾ ਚਾਹੁੰਦਾ ਜੀ, ਤਾਂ ਕਿ ਜਿਹੜੇ ਬੱਚਿਆਂ ਨੂੰ ਮੈਂ ਦਿੰਦਾ, ਮਨ 'ਚ ਹੈ ਵੀ ਕਰਨਾ ਵੀ ਹੈ, ਡੋਨੇਟ ਕਰਦੇ ਹਾਂ। ਉਹ ਮੈਂ ਖਾਤਾ ਖੁਲਾਇਆ ਹੋਇਆ ਸਕੂਲ ਦਾ, ਉਹ ਸਕੂਲ ਦੇ ਖਾਤੇ 'ਚ 20 ਲੱਖ ਰੁਪਈਆ ਘੱਟੋ ਘੱਟ ਮੇਰੀ ਮਨ ਦੀ ਇੱਛਾ ਹੈ ਵੀ 20 ਲੱਖ ਰੁਪਈਆ ਮੈਂ ਸਕੂਲ 'ਚ ਜਮ੍ਹਾਂ ਕਰ ਦਿਆਂ। ਸਰਦਾਰ ਬਿਕਰਮ ਸਿੰਘ ਮੇਰੇ ਕੋਲ ਰਹਿੰਦੇ ਹੁੰਦੇ ਸੀ, ਉਹਨਾਂ ਦੇ ਵੀ ਪੈਸੇ ਮੈਂ ਹੀ ਲਵਾਏ ਸੀਗੇ ਜੀ, ਅਤੇ ਉਹਨਾਂ ਦਾ ਤਕਰੀਬਨ 20 ਲੱਖ ਰੁਪਈਆ ਜਮ੍ਹਾਂ ਹੋ ਗਿਆ ਸੀਗਾ ਜੀ, ਅਤੇ ਉਹ ਤਾਂ ਗਏ ਗੁਜ਼ਰ। ਉਦੋਂ ਬਾਅਦ ਮੈਂ ਬਹੁਤ ਇਹਨਾਂ ਨੂੰ ਕਹਿ ਹਟਿਆ ਬਈ ਤੁਸੀਂ ਇਹਦੀ ਲੜਕੀ ਦੇ ਨਾਂ ਇਹ ਪੈਸੇ ਕਰ ਦਿਓ। ਇਹਨਾਂ ਨੇ ਮੈਨੂੰ ਇੰਨੇ ਚੱਕਰ ਲਵਾਏ, ਕਿਤੇ ਕਹਿਣ ਉਹਦੀ ਵਸੀਅਤ ਦਿਖਾਓ, ਕਿਤੇ ਕਹਿਣ ਉਹਦੇ 2 ਲੜਕੀਆਂ ਹੋਰ ਸੀ, ਉਹਨਾਂ 2 ਲੜਕੀਆਂ ਨੇ ਕਿ ਵੀ ਜਾ ਕੇ ਇਹਨਾਂ ਦੇ ਸਾਹਮਣੇ ਬਿਆਨ ਦੇਤੇ ਵੀ ਜੀ ਇਹ ਲੜਕੀ ਦੇ ਹੀ ਨਾਂ, ਕਿਉਂ ਇਹ ਲੜਕੀ ਨੇ ਸੇਵਾ ਕੀਤੀ ਹੈ ਸਾਡੇ ਪਿਤਾ ਦੀ, ਇਹ ਲੜਕੀ ਦੇ ਨਾਂ ਹੀ ਚਲੇ ਜਾਣ ਪੈਸੇ। ਪਰ ਇਹਨਾਂ ਨੇ ਅਨਾਕਾਨੀ ਅਖੀਰ ਜਾ ਕੇ ਬਿਕਰਮ ਸਿੰਘ ਦੀ ਇੱਕ ਚਿੱਠੀ ਮਿਲ ਗਈ, ਜਿਹਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਹੋਇਆ ਸੀ ਵੀ ਮੇਰੇ ਮਰਨ ਤੋਂ ਮਗਰੋਂ ਇਹ ਚਰਨਜੀਤ ਜਿਹੜੀ ਮੇਰੀ ਲੜਕੀ ਹੈ ਇਹਦੇ ਨੂੰ ਹੀ ਪੈਸੇ ਚਾਹੀਦੇ ਨੇ। ਅਤੇ ਉਹ ਚਿੱਠੀ ਦੇਖ ਕੇ ਫਿਰ ਇਹਨਾਂ ਨੇ ਉਹਦੇ ਨਾਂ ਕਰਤਾ ਦਿੱਤੇ ਸੀ ਪੈਸੇ, ਪਰ ਉਹਨੂੰ ਦਿੱਤੇ ਨੇ ਜਾਂ ਨਹੀਂ ਦਿੱਤੇ ਰੱਬ ਜਾਣੇ ਜੀ। ਮੈਂ ਮਾਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਬਈ ਭਾਈ ਤੂੰ ਵੀ ਕੁਛ ਕੋਸ਼ਿਸ਼ ਕਰਕੇ ਜਿਹੜੇ ਲੋਕਾਂ ਦੇ ਇਹਨਾਂ ਨੇ ਪੈਸੇ ਦੇਣੇ ਨੇ ਉਹਨਾਂ ਦੇ ਪੈਸੇ। ਜੀ ਹਾਂ, ਲਾਭ ਸਿੰਘ ਕਹਿੰਦੇ ਨੇ ਕਿ ਜੇਕਰ ਉਹਨਾਂ ਦੇ ਪੈਸੇ ਵਾਪਸ ਮਿਲ ਜਾਣ ਤਾਂ ਉਹ ਉਹਨਾਂ ਦਾ ਇਸਤੇਮਾਲ ਛੋਟੇ ਲੋੜਵੰਦ ਬੱਚਿਆਂ ਦੀ ਮਦਦ ਦੇ ਲਈ ਕਰਨਾ ਚਾਹੁੰਦੇ ਨੇ, ਉਹਨਾਂ ਦੇ ਚੰਗੇ ਭਵਿੱਖ ਦੇ ਲਈ ਕਰਨਾ ਚਾਹੁੰਦੇ ਨੇ। ਪਰ ਨਾ ਸਿਰਫ ਅਦਾਰਾ ਸਪੋਕਸਮੈਨ ਨੇ ਲੋਕਾਂ ਨਾਲ ਠੱਗੀ ਮਾਰੀ, ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ, ਰੱਬ ਦਾ ਨਾਮ ਵਰਤ ਕੇ ਆਪਣੀਆਂ ਜੇਬਾਂ ਭਰਨ ਦਾ ਸ਼ਰਮਨਾਕ ਕੰਮ ਕੀਤਾ, ਬਲਕਿ ਬੱਚਿਆਂ ਦੇ ਭਵਿੱਖ ਦੇ ਨਾਲ ਵੀ ਖਿਲਵਾੜ ਕੀਤਾ ਹੈ। ਬਿਊਰੋ ਰਿਪੋਰਟ, PTC ਨਿਊਜ਼। ਸੋ तमाम ਜਿਹੜੇ ਦਾਅਵੇ ਰੋਜ਼ਾਨਾ ਸਪੋਕਸਮੈਨ ਦੇ ਵੱਲੋਂ ਕੀਤੇ ਗਏ ਸਨ, ਕਈਆਂ ਦਾ ਖੁਲਾਸਾ ਹੋਇਆ, ਪਰ ਸਵਾਲ ਇਹੀ ਬਰਕਰਾਰ ਹੈ ਕਿ ਆਖਰ ਇਸ ਠੱਗੀ ਤੇ ਕਾਰਵਾਈ ਕਿਦੋਂ ਹੋਵੇਗੀ।